कुड़े ताई घरी है? हाँ भाई केड़ी है लंघिया? ताई मैं हाँ काके दी घर वाली कुलदीप। आ जा, मत्था टेकदी ताई। जिउंदी रह भाई, बह जा। किमें आना होया तेरा? ताई मैं तो थोड़ा गेट खुला सी, मैं कहा ताए ते ताई जी दा पता ही ले चलना। ये तो चंगा कीता कुड़े बहू, जग जिउंदियां दे मेले है, मरियां तो बाद कौन किसे नूं मिलदा। ये तो गल तेरी ताई पूरे लाख रुपये दी है। ताई एक गल तो दस मैनू, अपनी जसविंदर कोल कोई निक्के न्याणे दी गल बनी है कोई कि नहीं? पुछ ना कुलदीप, असी तो दवाइयां दवा दवा के जसविंदर नूं सियाणियां दे दरां ते नक रगड़ रगड़ अक्के पे आ। धीए कोई डॉक्टर नहीं छड्डिया, कोई सियाणा नहीं छड्डिया। सानू तां ऐ लगदा जिवें साडी किस्मत विच पोते पोतियां दा खिडौना लिखिया ही नहीं। ताई तू फिकर ना कर, रब कर देर है अंधेर नहीं हैगी, सुनूगा रब कद तेरी भी। नी कुड़े बहू कदों सुनूंगा? सानू तां सारे टब्बर नूं सैंसा लग्या, 25 किल्ले पैली, पर सांभण वाला कोई भी नहीं। ताई 25 किले जमीन दे थोड़े कोल? लाहौर ताई फिर घर तुसी क्यों नहीं बनाते 25 किले जमीन दे जे? भाई कादे आसरे ना बनाइए, अगे कोई चानण भी दिसे, कोई पोते पोतियां दा मूँह दिसे तां ही घर बनाइए। घर बनाउण नूं की है, सब कुछ वाहिगुरू ने दिता, बस संभालण वाला ही नहीं दिता। चल ताई तू हौसला रख, सब ठीक हो जाएगा। ताई ये भी गल सच्ची है थोड़ी, आ जमीन जायदाद तो अग लगना लेना की है ਜਦੋਂ ਇਹਨਾਂ ਨੂੰ ਕੋਈ ਸਾਂਭਣ ਵਾਲੀ ਨਾ ਹੋਵੇ। ਨਾਲੇ ਹੁਣ ਹਰਜੀਤ ਦੇ ਵਿਆਹ ਨੂੰ ਟਾਈਮ ਵੀ ਬਹੁਤ ਹੋ ਗਿਆ। ਹੋਰ ਕੁੜੇ ਬਹੂ ਪੂਰੇ 10 ਸਾਲ ਹੋ ਗਏ। ਤਾਈ ਮੈਂ ਕੀ ਕਹਿੰਦੀ ਸੀ, ਜੇ ਹਰਜੀਤ ਦੇ ਘਰ ਵਾਲੀ ਜਸਵਿੰਦਰ ਮੰਨ ਜੇ, ਚੁੱਪ ਕਰਕੇ ਹਰਜੀਤ ਦਾ ਦੂਜਾ ਵਿਆਹ ਕਰ ਦੋ। ਨੀ ਜਸਵਿੰਦਰ ਤਾਂ ਮੰਨ ਜੂ, ਪਰ ਹਰਜੀਤ ਨੇ ਨਹੀਂ ਮੰਨਣਾ। ਜਦੋਂ ਹਰਜੀਤ ਨਾਲ ਗੱਲ ਕਰਦੀ ਐ ਉਸੇ ਟਾਈਮ ਕਹਿ ਦਿੰਦਾ ਫਲਾਣੇ ਡਾਕਟਰ ਤੋਂ ਦਵਾਈ ਚੱਲਦੀ ਹੈ, ਬੇਬੇ ਫਲਾਣੇ ਡਾਕਟਰ ਤੋਂ ਦਵਾਈ ਚੱਲਦੀ ਹੈ। ਸਾਨੂੰ ਭਾਈ ਚੁੱਪ ਕਰਨਾ ਪੈਂਦਾ। ਕੋਈ ਗੱਲ ਨਹੀਂ ਤਾਈ ਜੀ, ਤੁਸੀਂ ਘਰੇ ਗੱਲ ਕਰੋ। ਹਰਜੀਤ ਨੂੰ ਰਿਸ਼ਤਾ ਤਾਂ ਮੈਂ ਆਪਣੀ ਛੋਟੀ ਭੈਣ ਸੰਦੀਪ ਦਾ ਕਰਾ ਦੂੰਗੀ। ਨਹੀਂ ਹੈ? ਹਾਂ, ਮੈਂ 4 ਦਿਨਾਂ ਨੂੰ ਗੇੜਾ ਮਾਰੂੰਗੀ, ਤੁਸੀਂ ਹਰਜੀਤ ਨਾਲ ਗੱਲ ਕਰਕੇ ਰੱਖਿਓ। ਕੋਈ ਨਾ ਕੁਲਦੀਪ, ਮੈਂ ਜਸਵਿੰਦਰ ਤੇ ਹਰਜੀਤ ਨਾਲ ਗੱਲ ਕਰਕੇ ਦੇਖੂੰਗੀ, ਫੇਰ ਤੈਨੂੰ ਦੱਸੂੰਗੀ ਮੈਂ। ਜਦੋਂ ਹੁਣ ਜਸਵਿੰਦਰ ਦੇ ਬੱਚਾ ਹੀ ਨਹੀਂ ਹੁੰਦਾ ਤਾਂ ਦੂਜਾ ਵਿਆਹ ਕਰਾਉਣ ਵਿੱਚ ਕੀ ਹਰਜ ਹੈ? ਕੋਈ ਹਰਜ ਨਹੀਂ ਤਾਈ, ਜਸਵਿੰਦਰ ਨੂੰ ਮੰਨ ਜਾਣਾ ਚਾਹੀਦਾ ਹੈ, ਇਸ ਵਿੱਚ ਤੁਹਾਡੇ ਸਾਰੇ ਟੱਬਰ ਦਾ ਭਲਾ ਹੈ। ਚੱਲ ਚੰਗਾ ਤਾਈ, ਮੈਂ ਚੱਲਦੀ ਹਾਂ ਹੁਣ। ਠੀਕ ਹੈ, ਕਹੂਗਾ ਜਿੱਥੇ ਜਾਂਦੀ ਉੱਥੇ ਹੀ ਗਲੀ ਲੱਗ ਜਾਂਦੀ। ਚੱਲ ਚੰਗਾ। ਚੰਗਾ ਤਾਈ, ਮੱਥਾ ਟੇਕਦੀ ਹਾਂ। ਰਾਜੀ ਰਹਿ। ਸੁੱਖ ਨਾਲ 25 ਕਿੱਲੇ ਨੇ ਜ਼ਮੀਨ ਦੇ। ਐ ਕਰ ਕੁਲਦੀਪ, ਤੂੰ ਤਾਂ ਮਾਰ ਬਾਜੀ ਕਰਾ ਆਪਣੀ ਛੋਟੀ ਭੈਣ ਦਾ ਰਿਸ਼ਤਾ ਹਰਜੀਤ ਨੂੰ। ਸੰਦੀਪ ਰਾਜ ਕਰੂ। ਚੱਲ ਕਰਦੀਆਂ ਘਰੇ ਜਾ ਕੇ ਗੱਲ। ਜਸਵਿੰਦਰ ਕੀ ਸੋਚ ਰਹੀ ਹੈ? ਕੁਛ ਨਹੀਂ ਹਰਜੀਤ, ਬਸ ਮੈਂ ਹੋਰ ਦਵਾਈਆਂ ਨਹੀਂ ਖਾ ਸਕਦੀ। ਮੈਂ ਦਵਾਈਆਂ ਬੁੱਟੀਆਂ ਖਾ ਖਾ ਕੇ ਅੱਕ ਚੁੱਕੀ ਹਾਂ। ਮੈਨੂੰ ਨਹੀਂ ਲੱਗਦਾ ਮੇਰੇ ਕਰਮਾਂ 'ਚ ਮਾਂ ਬਣਨਾ ਲਿਖਿਆ। ਜਸਵਿੰਦਰ ਤੂੰ ਐਵੇਂ ਦਿਲ ਨਾ ਛੱਡ। ਜਿਹੜੀਆਂ ਦਵਾਈਆਂ ਆਪਾਂ ਹੁਣ ਸ਼ੁਰੂ ਕੀਤੀਆਂ ਨਾ, ਮੇਰੀ ਡਾਕਟਰ ਨਾਲ ਗੱਲ ਹੋਈ ਸੀ, ਉਹ ਕਹਿੰਦਾ ਮੇਰੀ ਗਾਰੰਟੀ ਆ ਤੁਹਾਡੇ ਘਰ ਬੱਚਾ ਹੋਊਗਾ। ਹਰਜੀਤ, ਆਪਾਂ ਜਿਹੜੇ ਵੀ ਡਾਕਟਰ ਨੂੰ ਮਿਲਦੇ ਆ ਨਾ, ਉਹ ਆਹੀ ਕੁਝ ਬੋਲਦਾ। ਮੈਂ 10 ਸਾਲ ਤੋਂ ਆਹੀ ਕੁਝ ਸੁਣਦੀ ਆ ਰਹੀ ਹਾਂ। ਯਾਰ ਤੂੰ ਭਰੋਸਾ ਰੱਖ, ਆਪਾਂ ਜਿਹੜੇ ਡਾਕਟਰ ਤੋਂ ਹੁਣ ਦਵਾਈ ਲਿਆਂਦੀ ਆ ਨਾ, ਉਹ ਖਾ ਕੇ ਦੇਖ। ਜੇਕਰ ਫਿਰ ਵੀ ਬੱਚਾ ਨਾ ਹੋਇਆ ਨਾ, ਮੈਂ ਤੈਨੂੰ ਦੁਬਾਰਾ ਦਵਾਈ ਖਾਣ ਲਈ ਨਹੀਂ ਕਹਿੰਦਾ। ਚੱਲ ਠੀਕ ਹੈ, ਤੇਰੇ ਕਹਿੰਦੇ ਖਾ ਲੈਣੀ ਆ, ਪਰ ਆਖਰੀ ਵਾਰ। ਚੱਲ ਠੀਕ ਹੈ।
ਹਰਜੀਤ, ਮੈਂ ਇੱਕ ਗੱਲ ਕਹਾਂ ਤੈਨੂੰ। ਹਾਂ ਦੱਸ ਕੀ ਗੱਲ? ਤੂੰ ਆਪਦਾ ਦੂਜਾ ਵਿਆਹ ਕਰਵਾ ਲਾ। ਕੀ ਕਿਹਾ? ਖਬਰਦਾਰ, ਜੇ ਅੱਗੇ ਨੂੰ ਇਹੋ ਜਿਹੀ ਗੱਲ ਕੀਤੀ ਹੈ ਤਾਂ ਮੈਥੋਂ ਬੁਰਾ ਕੋਈ ਨਹੀਂ। ਤੈਨੂੰ ਪਤਾ ਮੈਂ ਤੈਨੂੰ ਕਿੰਨਾ ਪਿਆਰ ਕਰਦਾ, ਕਾਮਲੀ ਜੀ ਨਾ ਹੋਵੇ। ਪਿਆਰ ਤਾਂ ਹਰਜੀਤ ਮੈਂ ਵੀ ਤੈਨੂੰ ਬਹੁਤ ਕਰਦੀ ਆ, ਪਰ ਮੈਂ ਚਾਹੁੰਦੀ ਆ ਇਸ ਘਰ ਵਿੱਚ ਨਾ ਵਾਰਸ ਹੋ ਜੇ। ਜ਼ਮੀਨ ਜਾਇਦਾਦ ਦਾ ਕੋਈ ਮਾਲਕ ਵੀ ਹੋਣਾ ਚਾਹੀਦਾ। ਚੱਲ ਐਂ ਦੱਸ, ਜੇ ਮੈਂ ਵਿਆਹ ਕਰਵਾ ਲਿਆ ਤੂੰ ਕਿੱਥੇ ਜਾਏਂਗੀ? ਮੈਂ ਆਪਣੇ ਮਾਪਿਆਂ ਘਰ ਚਲੀ ਜਾਊਂਗੀ। ਜੇ ਮੈਨੂੰ ਤੇ ਘਰ ਛੱਡਣ ਦੀ ਗੱਲ ਕੀਤੀ ਹੈ ਨਾ, ਫਿਰ ਮੈਂ ਵਿਆਹ ਨਾਲੋਂ ਇਦਾਂ ਹੀ ਚੰਗਾ। ਫਿਰ ਮੈਂ ਇਸ ਘਰ 'ਚ ਕੀ ਕਰਨਾ? ਸਿਆਣੇ ਕਹਿੰਦੇ ਆ ਨਾ, ਇੱਕ ਮਿਆਨ 'ਚ ਦੋ ਤਲਵਾਰਾਂ ਰਹਿ ਨਹੀਂ ਸਕਦੀਆਂ। ਉਹ ਤਲਵਾਰਾਂ ਤਾਂ ਮੈਂ ਤਿੰਨ ਵੀ ਪਾ ਲੂੰ, ਪਰ ਤੈਨੂੰ ਨਹੀਂ ਘਰੋਂ ਜਾਣ ਦਿੰਦਾ। ਪਾਲੇਂਗਾ ਤੈਨੂੰ? ਗੱਲਾਂ ਦੇਖ ਤੇਰੀਆਂ। ਜਸਵਿੰਦਰੇ, ਜੇ ਮੇਰਾ ਵਿਆਹ ਹੋ ਵੀ ਗਿਆ ਨਾ, ਤੁਹਾਡੀ ਦੋਹਾਂ ਦੀ ਆਪਸ ਵਿੱਚ ਖੜਕੂ ਬਹੁਤ। ਕਿਉਂ ਖੜਕਣੀ ਆ? ਅਸੀਂ ਤਾਂ ਦੋਵੇਂ ਭੈਣਾਂ ਬਣ ਕੇ ਰਹਾਂਗੀਆਂ, ਪਰ ਤੈਨੂੰ ਬਹੁਤ ਤੰਗ ਕਰਾਂਗੀਆਂ। ਅੱਛਾ। ਤਾਂ ਹੀ ਤਾਂ ਮੈਂ ਦੂਜਾ ਵਿਆਹ ਨਹੀਂ ਕਰਵਾ ਰਿਹਾ। ਉਹ ਚੱਲ ਛੱਡ ਇਹਨਾਂ ਗੱਲਾਂ ਨੂੰ, ਸਵੇਰੇ ਆਪਾਂ ਡਾਕਟਰ ਦੇ ਸਾਜਰੇ ਚੱਲਾਂਗੇ। ਉਹ ਤਾਂ ਲੈ ਆਵਾਂਗੇ, ਪਰ ਵਾਦਾ ਯਾਦ ਰੱਖਿਓ, ਦੂਜੇ ਵਿਆਹ ਵਾਲਾ। ਦੇਖ ਲੈ, ਹੁਣ ਤੂੰ ਹਟਦੀ ਨਹੀਂ, ਫਿਰ ਤੂੰ ਆਪਸ ਵਿੱਚ ਛਿੱਤਰੋ ਛਿੱਤਰੀ ਹੋਇਆ ਰਹਿਣਾ। ਉਹ ਕੋਈ ਨਾ, ਕਰਾ ਲਾ ਵਿਆਹ, ਕੁਛ ਨਹੀਂ ਹੁੰਦਾ, ਕੋਈ ਨਹੀਂ ਹੁੰਦਾ ਛਿੱਤਰੋ ਛਿੱਤਰੀ। ਚੱਲ ਤੂੰ ਫਿਕਰ ਨਾ ਕਰ, ਪੈ ਜਾ ਆਰਾਮ ਨਾਲ, ਸਵੇਰੇ ਦੇਖਾਂਗੇ। ਕੋਈ ਨਾ, ਦੁੱਧ ਵੀ ਠੰਡਾ ਹੋ ਗਿਆ ਤੁਹਾਡੀਆਂ ਗੱਲਾਂ 'ਚ। ਨਹੀਂ ਕਰਾਇਆ, ਮੈਂ ਥੋੜੀ ਕਰਾਇਆ। ਚੱਲ ਪੈ ਜਾ ਹੁਣ, ਜੇ ਬੈਠੀ ਰਹੀ ਸੋਚੀ ਜਾਏਗੀ ਕੁਛ ਨਾ ਕੁਛ। ਪੈ ਜਾ, ਸਵੇਰੇ ਸਾਜਰੇ ਵੀ ਉੱਠਣਾ। ਹਰਜੀਤ, ਮੈਨੂੰ ਮਾਫ ਕਰ ਦੀ। ਮੈਂ ਚਾਹੁੰਦੀ ਆ ਤੂੰ ਦੂਜਾ ਵਿਆਹ ਕਰਵਾ ਕੇ ਆਪਣਾ ਵੰਸ਼ ਅੱਗੇ ਵਧਾਵੇਂ। ਉਹ ਜਸਵਿੰਦਰ, ਓਏ ਆ ਜਾ ਹੁਣ, ਪਹਿਲੀ ਲੇਟ ਹੋਈ ਜਾਂਦੇ ਆ, ਫਿਰ ਉੱਥੇ ਭੀੜ ਹੋ ਜਾਣੀ ਆ। ਆਈ ਆ ਗਈ ਸੀ, ਪਰਸ ਚੱਕ ਰਹੀ ਸੀ ਜੀ। ਬਾਪੂ ਜੀ, ਮੈਂ ਤਾਂ ਜਸਵਿੰਦਰ ਦਵਾਈ ਲੈਣ ਚੱਲਿਆ, ਜੇ ਤੁਸੀਂ ਕੋਈ ਸ਼ਹਿਰੋਂ ਮੰਗਵਾਉਣਾ ਤਾਂ ਦੱਸੋ। ਉਹ ਨਹੀਂ ਪੁੱਤ, ਮੰਗਾਉਣਾ ਦਾ ਕੁਛ ਨਹੀਂ, ਬਸ ਤੂੰ ਦਵਾਈ ਲੈ ਕੇ ਛੇਤੀ ਆ ਜੀ। ਅੱਜ ਕੱਲ੍ਹ ਹਾਲਾਤ ਕੁਛ ਵਾਲੇ ਵਧੀਆ ਨਹੀਂ ਹੈਗੇ। ਪੁੱਤ, ਜਦੋਂ ਤੁਸੀਂ ਘਰੋਂ ਬਾਹਰ ਚਲੇ ਜਾਂਦੇ ਹੋ, ਰੱਬ ਦੀ ਸਹੁੰ ਤੁਹਾਡਾ ਬਾਲਾ ਹੀ ਫਿਕਰ ਲੱਗਾ ਰਹਿੰਦਾ। ਬੇਬੇ ਜੀ, ਤੁਸੀਂ ਫਿਕਰ ਨਾ ਕਰਿਆ ਕਰੋ, ਅਸੀਂ ਡਾਕਟਰ ਤੋਂ ਦਵਾਈ ਲੈ ਕੇ ਸਿੱਧਾ ਤੁਹਾਡੇ ਕੋਲ ਹੀ ਘਰੇ ਆਵਾਂਗੇ। ਫਿਰ ਆ ਕੇ ਮੈਨੇ ਰੋਟੀ ਪਾਣੀ ਦਾ ਵੀ ਕਰਨਾ ਘਰੇ, ਬਸ ਅਸੀਂ ਗਏ ਤੇ ਆਏ। ਚੰਗਾ ਬਾਪੂ, ਅਸੀਂ ਚੱਲਦੇ ਆਂ। ਹਾਂ ਹਾਂ ਚਲੋ ਭਾਈ, ਤੁਰੋ ਹੁਣ, ਕਿਤੇ ਹੋਰੀ ਦੁਪਹਿਰ ਕਰ ਚੱਲ ਆ ਲਓ। ਜਸਵਿੰਦਰ। ਜਾਓ ਹੁਣ। ਜਲਦੀ ਆ ਜਾਇਓ। ਹਾਂ ਬੇਬੇ, ਆ ਜਾਾਂਗੇ। ਦੇਖ ਲਓ ਜੀ, ਮੁੰਡੇ ਦਾ ਨਿੱਕਾ ਜਿਹਾ ਮੂੰਹ ਨਿਕਲਿਆ ਪਿਆ। ਸਹੀ ਕਹਿੰਦੀ ਹੈ ਹਰਜੀਤ ਦੀ ਬੇਬੇ, ਜੇ ਰੱਬ ਇਹਨੂੰ ਵੀ ਕੋਈ ਬੱਚਾ ਦੇ ਦਿੰਦਾ ਤਾਂ ਇਹਦੇ ਮੂੰਹ ਤੇ ਵੀ ਖੁਸ਼ੀ ਹੋ ਜਾਣੀ ਸੀ। ਹੁਣ ਇਹ 'ਚ ਆਪਾਂ ਹੀ ਕੀ ਕਰ ਸਕਦੇ ਹਾਂ? ਇਹ ਤਾਂ ਸਭ ਉਸ ਮਾਲਕ ਦੇ ਹੱਥ ਦੀ ਗੱਲ ਆ। ਸਹੀ ਕਹਿੰਦੇ ਹੋ ਜੀ, ਹੈ ਤਾਂ ਇਹ ਰੱਬ ਦੇ ਘਰ ਦੀਆਂ ਹੀ ਗੱਲਾਂ, ਪਰ ਦੇਖ ਲਓ, ਜਸਵਿੰਦਰ ਵੀ ਵਿੱਚੋਂ ਵਿੱਚ ਫਿਕਰ ਕਰਦੀ ਅੱਧੀ ਰਹਿ ਗਈ। ਆਹੋ, ਫਿਕਰ ਤਾਂ ਹੁੰਦੀ ਓ ਆ। ਕੋਈ ਨਾ, ਤੂੰ ਦਿਲ ਨਾ ਹੌਲਾ ਕਰ, ਸਭ ਕੁਝ ਠੀਕ ਹੋ ਜਾਣਾ। ਮੈਂ ਤਾਂ ਸਾਰੇ ਗੁਰਦੁਆਰੇ
ਮੰਦਰ ਮਸੀਤਾਂ ਵਿੱਚ ਨੱਕ ਰਗੜ ਰਗੜ ਦੇਖ ਲਏ, ਪਰ ਕਿਤੇ ਉਹ ਮੇਰੀ ਝੋਲੀ ਵਿੱਚ ਖੈਰ ਨਹੀਂ ਪਈ। ਪਤਾ ਨਹੀਂ ਸਾਡੇ ਕਰਮ ਮਾੜੇ ਨੇ, ਪਤਾ ਨਹੀਂ ਬਹੂ ਦੇ ਕਰਮ ਢਿੱਲੇ ਨੇ। ਸਾਡੇ ਨਾਲ ਤਾਂ ਰੱਬ ਵੀ ਰੁੱਸਿਆ ਫਿਰਦਾ। ਉਹ ਕੋਈ ਨਾ, ਤੂੰ ਦਿਲ ਨਾ ਹੌਲਾ ਕਰ, ਸਭ ਕੁਝ ਠੀਕ ਹੋ ਜਾਊਗਾ। ਕਈ ਵਾਰੀ ਪ੍ਰਮਾਤਮਾ ਆਪਣੇ ਬੰਦਿਆਂ ਦਾ ਇਮਤਿਹਾਨ ਲੈਂਦਾ ਹੁੰਦਾ। ਤੈਨੂੰ ਪਤਾ, ਮੇਰੇ ਮਾਮੇ ਦੀ ਨੂੰਹ ਦੇ ਪੂਰੇ 15 ਸਾਲ ਬਾਅਦ ਬੱਚਾ ਹੋਇਆ ਸੀ। ਰੱਬ ਕਰੂਗਾ ਕਿਰਪਾ, ਐਵੇਂ ਦਿਲ ਨਾ ਛੱਡਿਆ ਕਰ, ਸਗੋਂ ਹੌਸਲਾ ਦਿਆ ਕਰ ਬਹੂ ਨੂੰ। ਜਿਹੜੇ ਹਰਜੀਤ ਤੋਂ ਛੋਟੇ ਸੀ ਉਹ ਵੀ ਸੁੱਖ ਨਾਲ 2-2 ਜਵਾਕਾਂ ਦੇ ਪਿਓ ਬਣ ਗਏ। ਸੱਚ ਦੱਸਾਂ ਹਰਜੀਤ ਦੇ ਬਾਪੂ, ਕਈ ਵਾਰ ਇਹੋ ਗੱਲਾਂ ਸੋਚ-ਸੋਚ ਕੇ ਸਾਰੀ ਰਾਤ ਨੀਂਦ ਨਹੀਂ ਆਉਂਦੀ। ਹਰਜੀਤ ਦੀ ਬੇਬੇ, ਹਰਜੀਤ ਦੱਸ ਰਿਹਾ ਸੀ ਜਿਹੜੇ ਹੁਣ ਡਾਕਟਰ ਤੋਂ ਦਵਾਈ ਲਿਆਏ ਆ, ਉਹਨੇ ਗਾਰੰਟੀ ਦਿੱਤੀ ਆ ਵੀ ਬੱਚਾ ਜ਼ਰੂਰ ਹੋਊਗਾ। ਬਾਕੀ ਪਈ ਉਹਦੀ ਰਜਾ। ਤੂੰ ਹੁਣ ਐਂ ਕਰ, ਚਾਹ ਦੀ ਕੁੱਟ ਲਿਆ ਬਣਾ ਕੇ, ਮੈਂ ਖੇਤ ਕਨੀ ਗੇੜਾ ਮਾਰਿਆ ਵਾਂ। ਠੀਕ ਹੈ ਜੀ, ਲਿਆਉਣੀ ਹੈ। ਇਹ ਵੀ ਨਾ ਬਸ ਉਹੀ ਫਿਕਰ ਕਰਨ ਲੱਗ ਜਾਂਦੀ ਆ। ਬਹੂ ਨੂੰ ਹੌਸਲਾ ਤਾਂ ਕੀ ਦੇਣਾ, ਆਪੇ ਰੋਣ ਲੱਗ ਜਾਂਦੀ ਆ। ਤੁਸੀਂ ਮੇਰੇ ਤੇ ਯਕੀਨ ਰੱਖੋ, ਮੇਰੀ ਦਿੱਤੀ ਦਵਾਈ ਨਾਲ 50 ਬੱਚੇ ਪੈਦਾ ਹੋਏ ਆ, ਜਿਨ੍ਹਾਂ ਵਿੱਚੋਂ ਕਈਆਂ ਦੇ ਤਾਂ ਵਿਆਹ ਤੋਂ ਬਾਅਦ 15-15 ਸਾਲ ਤੋਂ ਬਾਅਦ ਬੱਚਾ ਹੋਇਆ। ਬਸ ਤੁਸੀਂ ਦਵਾਈ ਟਾਈਮ ਨਾਲ ਖਾਂਦੇ ਰਹੋ। ਡਾਕਟਰ ਸਾਹਿਬ, ਅਸੀਂ ਜਿਹੜੇ ਵੀ ਡਾਕਟਰ ਤੋਂ ਦਵਾਈ ਲੈਂਦੇ ਆ, ਸਾਨੂੰ ਹਰ ਇੱਕ ਡਾਕਟਰ ਨੇ ਇਹੀ ਕਿਹਾ, ਪਰ ਅੱਜ ਤੱਕ ਬੱਚਾ ਨਹੀਂ ਹੋਇਆ। ਡਾਕਟਰ ਸਾਹਿਬ ਸੱਚ ਦੱਸੀਏ ਨਾ, ਹੁਣ ਤਾਂ ਦਵਾਈਆਂ ਖਾਣ ਨੂੰ ਜੀ ਨਹੀਂ ਕਰਦਾ। ਹੁਣ ਤਾਂ ਦਵਾਈਆਂ ਖਾ ਖਾ ਕੇ ਦਿਲ ਲੁੱਕਿਆ ਪਿਆ। ਮੈਂ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ। ਕਈ ਝੋਲਾ ਚੱਕ ਡਾਕਟਰ ਭੋਲੀ ਭਾਲੀ ਜਨਤਾ ਨੂੰ ਬੇਵਕੂਫ ਬਣਾਈ ਜਾਂਦੇ ਆ, ਨਾਲੇ ਪੈਸੇ ਲੁੱਟੀ ਜਾਂਦੇ ਆ। ਸੱਚੀ ਗੱਲ ਆ ਡਾਕਟਰ ਸਾਹਿਬ, ਮਰੀਜ਼ ਤਾਂ ਡਾਕਟਰ ਨੂੰ ਰੱਬ ਮੰਨਦੇ ਆ। ਅੱਗੇ ਡਾਕਟਰ ਦੇ ਮਨ 'ਚ ਕੀ ਹੈ, ਇਹ ਤਾਂ ਡਾਕਟਰ ਨੂੰ ਪਤਾ। ਬਸ ਤੁਸੀਂ ਦਵਾਈ ਟਾਈਮ ਨਾਲ ਖਾਈ ਜਾਇਓ। ਮੇਰੀ ਦਵਾਈ ਤੇ ਮੇਰੇ ਤੇ ਭਰੋਸਾ ਰੱਖੋ, ਤੁਹਾਡੇ ਬੱਚਾ ਜ਼ਰੂਰ ਹੋਊਗਾ। ਉਹ ਚਾਹੇ ਸਾਲ ਨੂੰ ਹੋਵੇ, 2 ਸਾਲ ਨੂੰ ਹੋਵੇ, ਹੋਊਗਾ ਜ਼ਰੂਰ। ਬਸ ਤੁਸੀਂ ਹਿੰਮਤ ਨਹੀਂ ਹਾਰਨੀ, ਬਾਕੀ ਰੱਬ ਤੇ ਭਰੋਸਾ ਰੱਖੋ। ਡਾਕਟਰ ਸਾਹਿਬ, ਅਸੀਂ ਤਾਂ ਤੁਹਾਡੇ ਤੋਂ ਬਾਅਦ ਹੁਣ ਕੀ ਹੋਰ ਦਵਾਈ ਨਹੀਂ ਲੈਣੀ। ਬਸ ਸ਼ੇਰ ਤਾਂ ਅਸੀਂ ਆਹੀ ਸਮਝ ਲਾਂਗੇ ਕਿ ਸਾਡੀ ਕਿਸਮਤ 'ਚ ਬੱਚੇ ਦਾ ਸੁੱਖ ਹੈ ਹੀ ਨਹੀਂ। ਫਿਕਰ ਨਾ ਕਰੋ, ਸਭ ਠੀਕ ਹੋ ਜੂ। ਮਿਹਰਬਾਨੀ ਡਾਕਟਰ ਸਾਹਿਬ। ਡਾਕਟਰ ਸਾਹਿਬ, ਜੇ ਜਵਾਕ ਹੋ ਗਿਆ ਨਾ, ਮੈਂ ਤੁਹਾਡਾ ਅਹਿਸਾਨ ਸਾਰੀ ਜ਼ਿੰਦਗੀ ਨਹੀਂ ਭੁੱਲਦਾ। ਮੈਂ ਆਪਣਾ ਫਰਜ਼ ਅਦਾ ਕੀਤਾ ਜੀ। ਚੱਲੀਏ ਜਸਵਿੰਦਰ, ਚੰਗਾ ਜੀ, ਸਤਿ ਸ਼੍ਰੀ ਸਤਿ ਅਕਾਲ ਸ੍ਰੀ ਜੀ। ਅਕਾਲ ਜੀ। ਮੈਂ ਕਿਹਾ ਜੀ ਹਰਜੀਤ ਨੂੰ ਫੋਨ ਕਰ ਲਓ, ਕਿੰਨਾ ਟਾਈਮ ਹੋ ਗਿਆ ਗਿਆ ਨੂੰ। ਉਹ ਤਾਂ ਕਹਿੰਦੇ ਸੀ ਅਸੀਂ ਜਲਦੀ ਵਾਪਸ ਆ ਜਾਣਾ। ਉਹ ਕਈ ਵਾਰੀ ਦਵਾਈ ਲੈਂਦੇ ਆ, ਟਾਈਮ ਲੱਗ ਜਾਂਦਾ। ਕਈ ਵਾਰੀ ਡਾਕਟਰ ਕੋਲ ਮਰੀਜ਼ ਜ਼ਿਆਦਾ ਹੁੰਦੇ ਨੇ, ਤਾਂ ਕਰਕੇ ਟਾਈਮ ਲੱਗ ਜਾਂਦਾ। ਆ ਜਾਣਗੇ। ਅੱਜ ਕੱਲ ਦੇ ਹਾਲਾਤਾਂ ਨੂੰ ਦੇਖ ਕੇ ਡਰ ਲੱਗਦਾ। ਓਏ ਉਹ ਤਾਂ ਤੇਰੀ ਗੱਲ ਠੀਕ ਆ। ਲੈ ਆ ਗਏ। ਹਰਜੀਤ ਪੁੱਤ, ਵਾਹਵਾ ਟਾਈਮ ਲਾਤਾ। ਤੁਸੀਂ ਤਾਂ ਕਹਿੰਦੇ ਸੀ ਅਸੀਂ ਜਲਦੀ ਆ ਜਾਣਾ, ਸਾਨੂੰ ਫਿਕਰ ਹੋਈ ਜਾਂਦੀ ਸੀ। ਉਹ ਬੇਬੇ, ਉਹ ਡਾਕਟਰ ਕੋਲੇ ਮਰੀਜ਼ ਵਾਲੇ ਸੀ, ਤਾਂ ਕਰਕੇ ਟਾਈਮ ਲੱਗ ਗਿਆ। ਬਸ ਤੈਨੂੰ ਕਿਹਾ ਸੀ ਨਾ, ਉਹੀ ਫਿਕਰ ਕਰੀ ਜਾਂਦੀ ਆ। ਤੁਸੀਂ ਬੈਠੋ, ਮੈਂ ਤੁਹਾਡੇ ਲਈ ਚਾਹ ਦਾ ਕੱਪ ਬਣਾ ਕੇ ਲਿਆਉਣੀ ਆ। ਤੁਸੀਂ ਬੈਠੋ ਮੰਮੀ ਜੀ, ਚਾਹ ਪਾਣੀ ਮੈਂ ਬਣਾ ਕੇ ਲੈ ਕੇ ਆਨੀ ਆ। ਨਾ ਪੁੱਤ ਜਸਵਿੰਦਰ, ਤੂੰ ਥੱਕ ਗਈ ਹੋਵੇਂਗੀ, ਤੂੰ ਆਰਾਮ ਕਰ ਲੈ, ਚਾਹ ਮੈਂ ਬਣਾ ਲੈਣੀ ਆ।
ਸਫ਼ਰ ਵੀ ਬੰਦੇ ਨੂੰ ਥਕਾ ਦਿੰਦਾ। ਚਲੋ ਠੀਕ ਹੈ ਮੰਮੀ ਜੀ, ਜਿਵੇਂ ਤੁਹਾਨੂੰ ਠੀਕ ਲੱਗੇ। ਚੱਲ ਬਣਾ ਦੇ ਚਾਹ, ਬਹਿ ਜਾ ਭਾਈ। ਹਰਜੀਤ, ਕੀ ਕਹਿੰਦਾ ਡਾਕਟਰ? ਡਾਕਟਰ ਨੇ ਦਵਾਈ ਦਿੱਤੀ ਹੈ, ਕਹਿੰਦਾ 1 ਮਹੀਨੇ ਦੀ ਦਵਾਈ ਹੋਰ ਲੈ ਜਾਓ। ਕਹਿੰਦਾ ਮੇਰੀ ਗਾਰੰਟੀ ਹੈ ਤੁਹਾਡੇ ਘਰ ਬੱਚਾ ਹੋਊਗਾ। ਚਲੋ ਕੋਈ ਨਾ, ਬਹੂ ਨੂੰ ਕਹਿ ਦੀ ਦਵਾਈ ਦਵਾਈ ਟਾਈਮ ਨਾਲ ਲੈਂਦੀ ਰਹੇ, ਬਾਕੀ ਉਸ ਮਾਲਕ ਦੀ ਮਰਜ਼ੀ ਆ। ਬਾਪੂ ਹਾਂ, ਹੁਣ ਤਾਂ ਜਸਵਿੰਦਰ ਵੀ ਅੱਕੀ ਪਈ ਆ ਦਵਾਈਆਂ ਖਾ ਖਾ ਕੇ। ਕਹਿੰਦੀ ਹੁਣ ਹੋਰ ਨਹੀਂ ਦਵਾਈ ਖਾਧੀ ਜਾਂਦੀ, ਬਸ ਆ ਅਖੀਰਲੀ ਦਵਾਈ ਹੈ। ਉਹ ਵੀ ਵਿਚਾਰੀ ਕੀ ਕਰੇ, 9-10 ਸਾਲ ਹੋ ਗਏ ਦਵਾਈਆਂ ਖਾਂਦੀ ਨੂੰ। ਇਹ ਦਵਾਈਆਂ ਵੀ ਬੰਦੇ ਨੂੰ ਅੰਦਰੋਂ ਖੋਖਲਾ ਕਰ ਦਿੰਦੀਆਂ ਨੇ। ਬਾਪੂ ਜਸਵਿੰਦਰ ਨੇ ਤਾਂ ਮੈਨੂੰ ਇੱਥੋਂ ਤੱਕ ਕਹਿਤਾ ਵੀ ਮੈਂ ਆਖਰੀ ਵਾਰੀ ਦਵਾਈ ਖਾਣੀ ਹੈ। ਜੇ ਹੁਣ ਵੀ ਬੱਚਾ ਨਾ ਹੋਇਆ ਨਾ ਤਾਂ ਤੂੰ ਦੂਜਾ ਵਿਆਹ ਕਰਵਾ ਲਈ। ਦੂਜਾ ਵਿਆਹ? ਜੇ ਬੱਚਾ ਨਾ ਹੋਇਆ ਫਿਰ ਤਾਂ ਦੂਜਾ ਵਿਆਹ ਕਰਨਾ ਹੀ ਪਊ। ਅਗਰ ਜਾਇਦਾਦ ਸਾਹਮਣੇ ਵਾਲਾ ਵੀ ਕੋਈ ਚਾਹੀਦਾ। ਲੈ ਪੁੱਤ, ਚਾਹ ਪੀ ਲੈ। ਜਸਵਿੰਦਰ ਪੁੱਤ, ਜੇ ਹੁਣ ਦਵਾਈ ਲਿਆਂਦੀ ਹੈ ਤਾਂ ਧੀਏ ਖਾ ਲਈ। ਬੇਬੇ ਕੀ ਕਰੀਏ, ਕਿੱਥੇ ਜਾਵਾਂ? 10 ਸਾਲ ਹੋ ਗਏ ਡਾਕਟਰਾਂ ਤੇ ਸਾਦਾ ਸੰਤਾਂ ਦੇ ਜਾਂਦੇ ਆ, ਪਰ ਪੱਲੇ ਕੁਝ ਨਹੀਂ ਪਿਆ। ਉੱਪਰੋਂ ਤਰ੍ਹਾਂ ਤਰ੍ਹਾਂ ਦੀ ਦਵਾਈਆਂ ਖਾ ਕੇ ਨਾ ਆ ਸਰੀਰ ਬੋਦਾ ਕਰ ਲਿਆ। ਮੇਰੇ ਤਾਂ ਅੰਗ ਅੰਗ ਦੁਖਦਾ, ਮਾੜਾ ਜਿਹਾ ਵੀ ਕੰਮ ਕਰ ਲਾ ਨਾ ਚੱਕਰ ਜਿਹੇ ਆਉਣ ਲੱਗ ਜਾਂਦੇ ਨੇ। ਇੰਨੀ ਕਮਜ਼ੋਰੀ ਆਈ ਪਈ ਆ। ਕੋਈ ਨਹੀਂ ਪੁੱਤ, ਐਵੇਂ ਕਿਹਦਾ ਦਿਲ ਕਰਦਾ ਦਵਾਈਆਂ ਖਾਣ ਨੂੰ। ਰੱਬ ਨੇ ਜੇ ਤੇਰੇ ਕਰਮਾਂ ਵਿੱਚ ਔਲਾਦ ਦਾ ਸੁੱਖ ਲਿਖਿਆ ਹੁੰਦਾ, ਹੁਣ ਨੂੰ ਜਵਾਕਾਂ ਨੇ ਵਿਹੜੇ ਵਿੱਚ ਮੈਨੂੰ ਦਾਦੀ ਦਾਦੀ ਕਰਦੇ ਫਿਰਨਾ ਸੀ। ਪਤਾ ਨਹੀਂ ਅਸੀਂ ਰੱਬ ਦਾ ਕੀ ਮਾੜਾ ਕੀਤਾ ਹੈ, ਜਿਹੜਾ ਸਾਤੋਂ ਗਿਣ ਗਿਣ ਬਦਲੇ ਲੈ ਰਿਹਾ ਏ। ਮੰਮੀ ਜੀ, ਮੈਂ ਤਾਂ ਕਿੰਨੀ ਵਾਰ ਹਰਜੀਤ ਨੂੰ ਕਹਿਤਾ ਵੀ ਤੁਸੀਂ ਚੁੱਪ ਕਰਕੇ ਦੂਜਾ ਵਿਆਹ ਕਰਾ ਲਓ। ਉਹ ਵੀ ਬਸ ਇੱਕੋ ਹੀ ਗੱਲ ਦੇ ਪਿੱਛੇ ਪਏ ਆ। ਕੋਈ ਨਹੀਂ, ਆਪਣੀ ਵੀ ਰੱਬ ਸੁਣੂਗਾ। ਤੂੰ ਦਵਾਈ ਖਾ, ਬਸ ਐਂ ਕਹੀ ਜਾਂਦਾ ਵੀ ਤੂੰ ਦਵਾਈ ਖਾ। ਜਸਵਿੰਦਰ, ਕੀ ਕੀਤਾ ਜਾਵੇ ਪੁੱਤ? ਇੱਕ ਤਾਂ ਟੁੱਟ ਪੈਣਾ ਰੱਬ ਸਾਡੇ ਪੇਸ਼ ਪਿਆ, ਤੇ ਦੂਜਾ ਲੋਕ ਮੂੰਹ ਨਾਲ ਮੂੰਹ ਜੋੜ ਜੋੜ ਗੱਲਾਂ ਕਰਦੇ ਨੇ। ਸੋਚਦੇ ਹੋਣੇ ਕਿ ਖੌਰੇ ਮੁੰਡੇ 'ਚ ਨੁਕਸ ਆ, ਜਿਹੜਾ ਹਾਲੇ ਤੱਕ ਬੱਚਾ ਨਹੀਂ ਹੋਇਆ। ਬੇਬੇ ਜੀ, ਤੁਸੀਂ ਲੋਕਾਂ ਦੀ ਪਰਵਾਹ ਨਾ ਕਰਿਆ ਕਰੋ। ਲੋਕਾਂ ਦੇ ਜਿੰਨੇ ਮੂੰਹ ਓਨੀਆਂ ਹੀ ਗੱਲਾਂ। ਬਸ ਤੁਸੀਂ ਖੁਸ਼ ਰਿਹਾ ਕਰੋ। ਆਪਾਂ ਕੀ ਲੈਣਾ ਲੋਕਾਂ ਤੋਂ। ਚੰਗਾ ਜਸਵਿੰਦਰ, ਤੂੰ ਆਰਾਮ ਕਰ ਲੈ, ਸਫ਼ਰ 'ਚੋਂ ਆਈ ਐ, ਥੱਕ ਗਈ ਹੋਵੇਂਗੀ। ਰੱਬਾ, ਹੁਣ ਤਾਂ ਸੁਣ ਲੈ ਸਾਡੀ। ਬਾਪੂ ਮੈਂ ਖੇਤ ਗੇੜਾ ਮਾਰਿਆ ਵਾਂ, ਨਾਲੇ ਪੱਠਿਆਂ ਨੂੰ ਪਾਣੀ ਲਾਉਣ ਵਾਲਾ ਤੇ ਨਾਲੇ ਅੱਜ ਆਪਣੀ ਲਾਈਟ ਦੀ ਵਾਰੀ ਹੈ। ਚੱਲ ਠੀਕ ਆ, ਨਾਲੇ ਐਂ ਕਰੀ ਟਾਲੀ ਵਾਲੇ ਖੇਤ ਵੀ ਜਾਈਂ, ਉੱਥੇ ਅਵਾਰਾ ਪਸ਼ੂ ਬਹੁਤ ਆਉਂਦੇ ਨੇ। ਉਹ ਕੋਈ ਗੱਲ ਨਹੀਂ ਬਾਪੂ, ਅਵਾਰਾ ਪਸ਼ੂ ਕਿੰਨਾ ਖਾ ਲੈਣਗੇ, ਖਾ ਲੈਣ ਦੇ। ਰੱਬ ਨੇ ਆਪਾਂ ਨੂੰ ਬਥੇਰਾ ਕੁਝ ਦਿੱਤਾ। ਚੱਲ ਜਿਵੇਂ ਤੇਰੀ ਮਰਜ਼ੀ, ਪਰ ਤੂੰ ਟਾਈਮ ਨਾਲ ਘਰੇ ਆ ਜੀ। ਹਾਂ ਹਾਂ ਬਾਪੂ, ਮੈਂ ਛੇਤੀ ਮੁੜਿਆ ਹੂੰ। ਜਾ ਜਾ। ਇਹ ਹਰਜੀਤ ਦੀ ਮਾਂ, ਆ ਰੋਟੀ ਲਿਆ ਪਾ ਕੇ, ਮੈਂ ਸ਼ਹਿਰ ਜਾਣਾ। ਉਹ ਕਿਵੇਂ ਹਰਜੀਤ? ਕੀ ਗੱਲ ਬਾਲੀ ਕਾਲੀ ਚ ਤੁਰਿਆ ਜਾਣਾ? ਹਾਂ ਬਾਈ ਜਗਤਾਰ,
ਉਹ ਖੇਤਾਂ ਵੱਲ ਗੇੜਾ ਮਾਰਨ ਚੱਲਿਆ ਸੀ। ਮੈਂ ਸੋਚਿਆ ਵੀ ਪੱਠਿਆਂ 'ਚ ਪਾਣੀ ਛੱਡ ਆਵਾਂ ਤੇ ਨਾਲੇ ਗੇੜਾ ਮਾਰਿਆ ਮੈਂ ਤਾਂ ਘਰੇ ਆਉਣ ਲੱਗਿਆ ਤੇ ਇੱਕ ਦਿਨ ਗੱਲ ਕਰਨੀ ਆ ਮੈਂ ਤੇਰੇ ਨਾਲ ਇੱਕ ਬਹੁਤ ਜ਼ਰੂਰੀ, ਨਾਲੇ ਗੱਲ ਤੇਰੇ ਕੰਮ ਦੀ ਆ। ਅੱਛਾ, ਹਾਂ ਦੱਸ ਫਿਰ ਕਿਹੜੀ ਗੱਲ ਇਹੋ ਜੀ? ਉਹ ਆਹੀ ਤੈਨੂੰ ਪਤਾ ਹੀ ਆ ਆਪਣੇ ਵਾਲੀ ਭਰਜਾਈ ਦੇ ਜਿਵੇਂ 10 ਸਾਲ ਹੋ ਗਏ ਜਵਾਕ ਨਹੀਂ ਹੋ ਰਿਹਾ। ਉਹ ਇੱਕ ਬਾਬਾ ਧਾਗਾ ਤਵੀਜ਼ ਵੀ ਦਿੰਦਾ ਨਾਲੇ ਦੇਸੀ ਦਵਾਈ ਵੀ ਦਿੰਦਾ। ਉਹ ਮੈਂ ਸੋਚਿਆ ਚੱਲ ਤੇਰੇ ਨਾਲ ਗੱਲ ਸਾਂਝੀ ਕਰਾਂ ਮਾਂ, ਉਹ ਸ਼ਾਇਦ ਤੇਰਾ ਭਲਾ ਹੋ ਜੇ। ਕੋਈ ਨਾ ਬਾਈ, ਆਪਾਂ ਜਾ ਆਵਾਂਗੇ। ਆਹੋ ਸਿਆਣੇ ਕਹਿੰਦੇ ਨੇ ਜੇ ਭਲਾ ਹੋਣਾ ਹੋਵੇ ਸਵਾਦ ਹੀ ਚੁਟਕੀ ਤੋਂ ਹੋ ਜਾਂਦਾ। ਆਹ ਗੱਲ ਤਾਂ ਤੇਰੀ ਠੀਕ ਆ ਬਾਈ। ਵੈਸੇ ਬਾਬਾ ਰਹਿੰਦਾ ਕਿੱਥੇ ਆ? ਉਹ ਆ ਦੇਖ ਆਪਣੇ ਨਾਲ ਦੇ ਪਿੰਡ ਆਇਆ ਹੋਇਆ, ਆ ਖੇਤਾਂ 'ਚ ਡੇਰਾ ਬਣਾ ਰੱਖਿਆ। ਬਹੁਤ ਭਲੇ ਕਰਦਾ, ਬਹੁਤ ਦੁਨੀਆ ਆਉਂਦੀ ਆ ਉੱਥੇ। ਆ ਸਾਡੇ ਗਵਾਂਢੀਆਂ ਦੇਖ ਜਵਾਕ ਨਹੀਂ ਹੁੰਦਾ ਸੀ, ਹੁਣ 2 ਹੋ ਰਹੇ ਨੇ ਇਕੱਠੇ, ਜੋੜਾ ਹੋ ਗਿਆ। ਕੀ ਨਾਮ ਆ ਬਾਬੇ ਦਾ ਭਲਾ? ਉਹ ਬਾਬਾ ਗੱਪੜਦਾਸ ਆ। ਗੱਪੜਦਾਸ? ਇਹ ਕਿਹੋ ਜਿਹਾ ਨਾਮ? ਉਹ ਬਾਈ ਆਪਾਂ 9 ਤੋਂ ਕੀ ਲੈਣਾ, ਆਪਣਾ ਕੰਮ ਹੋਣਾ ਚਾਹੀਦਾ। ਉਹ ਨਾਲੇ ਤੂੰ ਅੰਬ ਚੂਪ ਗੁੱਠਲਿਆਂ ਤੋਂ ਕੀ ਲੈਣਾ। ਗੱਲ ਤਾਂ ਤੇਰੀ ਠੀਕ ਆ ਬਾਈ। ਚੱਲ ਜੇ ਤੂੰ ਬਾਹਲਾ ਕਹਿਣਾ ਆਪਾਂ ਜਾ ਆਵਾਂਗੇ। ਉਹ ਜਾਵਾਂਗੇ ਨਹੀਂ, ਆਪਾਂ ਹੁਣੀ ਚੱਲਦੇ ਆਂ, ਮੈਂ ਉਧਰ ਨੂੰ ਜਾ ਰਿਹਾ। ਅੱਛਾ, ਚੱਲ ਫਿਰ ਆ ਜਾ। बाबा जी रुको रुको रुको, संगत आ गई। बाबा जी संगत आ गई, संगत आ गई, देख लिया कर जोड़ियां। आशीर्वाद है भगता, पैरां नूं हत्थ नहीं लाई। ਜੈ ਹੋ ਬਾਬਿਆਂ ਦੀ, ਜੈ ਹੋ ਜੈ ਹੋ। ਬਾਬਾ ਜੀ ਮੱਥਾ ਟੇਕਦਾ। ਬੱਚਾ ਪੈਰੀ ਹੱਥ ਨਹੀਂ, ਕਿਉਂ ਬਾਬਾ ਜੀ? ਉਹ ਬਾਬਿਆਂ ਨੇ ਚੱਪਲਾਂ ਪਾਈਆਂ ਹੋਈਆਂ ਨੇ। ਆਹ ਦੇਖ ਲੀਆਂ ਭਗਤੋ, ਜਿਹੜੀਆਂ ਬਾਬਿਆਂ ਨੇ ਅੱਜ ਹੀ ਜੱਗੇ ਦੀ ਦੁਕਾਨ ਤੋਂ 70 ਰੁਪਏ ਦੇ ਲਿਆਂਦੀਆਂ। ਗਲਤੀ ਹੋ ਗਈ ਬਾਬਾ ਜੀ, ਮਾਫ ਕਰ ਦਿਓ। ਹਾਂ ਹਾਂ ਬਾਬਾ ਜੀ, ਬੱਚਾ ਮਾਫ ਕਰ ਦੋ। ਓਏ ਮਾਫੀ ਹੀ ਸਮਝੋ ਬੱਚਾ, ਹੋਰ ਮੈਂ ਅਸ਼ਟਾਮ ਤੇ ਲਿਖ ਦਵਾਂ। ਬਾਬਾ ਜੀ ਹੁਣ ਗੁੱਸਾ ਛੱਡੋ, ਅਸੀਂ ਤੁਹਾਡੇ ਕੋਲ ਇੱਕ ਜ਼ਰੂਰੀ ਕੰਮ ਆਏ ਸੀ ਤੇ ਆਏ ਵੀ ਅਸੀਂ ਬੜੀ ਆਸ ਲੈ ਕੇ ਆਏ। ਦੱਸੋ ਕੀ ਆਸ ਲੈ ਕੇ ਆਏ ਸੀ? ਇੱਥੇ ਸਾਰੀਆਂ ਆਸਾਂ ਪੂਰੀਆਂ ਹੁੰਦੀਆਂ ਨੇ। ਬਾਬਾ ਜੀ ਇਹ ਮੇਰਾ ਦੋਸਤ ਹੈ ਜੀ, ਇਹਦਾ ਵਿਆਹ ਹੋਏ ਨੂੰ 10 ਸਾਲ ਹੋ ਗਏ ਜੀ, ਪਰ ਹਜੇ ਤੱਕ ਕੋਈ ਬੱਚੇ ਦੀ ਦਾਤ ਨਸੀਬ ਨਹੀਂ ਹੋਈ ਜੀ। ਤੁਸੀਂ ਕਿਰਪਾ ਕਰੋ ਬਾਬਾ ਜੀ, ਜਿਵੇਂ ਆਪਣੇ ਗਵਾਂਢੀਆਂ ਦੇ ਕਰੀ ਤੀ ਜੀ। ਹੋਊਗਾ ਬੱਚਾ, ਜ਼ਰੂਰ ਹੋਊਗਾ। ਇਹਨਾਂ ਦੇ ਪਰਿਵਾਰ ਤੋਂ ਕੋਈ ਵੱਡੀ ਗਲਤੀ ਹੋਈ ਆ। ਇਹਨਾਂ ਨੂੰ ਪਹਿਲਾਂ ਉਸ ਦਾ ਇਲਾਜ ਕਰਵਾਉਣਾ ਪਊਗਾ, ਫਿਰ ਬੱਚਾ ਹੋਊਗਾ। ਦੱਸੋ ਫਿਰ ਬਾਬਾ ਜੀ, ਕਿਹੜੇ ਡਾਕਟਰ ਕੋਲ ਇਲਾਜ ਕਰਵਾਈਏ? ਮੂਰਖ ਪ੍ਰਾਣੀ, ਇਹ ਡਾਕਟਰਾਂ ਦੇ ਕਰਨ ਦਾ ਇਲਾਜ ਨਹੀਂ, ਇਹ ਸਾਡੇ ਵਰਗਾ ਪਹੁੰਚਿਆ ਹੋਇਆ ਸੰਤ ਹੀ ਕਰ ਸਕਦਾ। हाँ जी हाँ जी, बाबा जी तो बहुत अंतर्जामी ने, मेरे दिल दियां रोज ही बुझ लेंदे ने। ये तो बहुत पहुंचे हुए संत ने। ਜੈ ਜੈ ਹੋ ਬਾਬਾ ਜੀ, ਜੈ ਜੈ ਹੋ ਬਾਬਾ ਜੀ ਜੈ ਹੋ। ਦੀ। ਬਾਬਾ ਜੀ ਫਿਰ ਕਰ ਦੋ ਇਲਾਜ ਸ਼ੁਰੂ। ਉਹ ਬੱਚਾ, ਬਾਬੇ ਇਲਾਜ ਤਾਂ ਕਰ ਦੇਣਗੇ ਪਰ ਖਰਚਾ ਬਹੁਤ ਆਉਣਾ ਜੇ। ਖਰਚਾ? ਉਹ ਕਾਹਦਾ ਖਰਚਾ ਬਾਬਾ ਜੀ? ਆਹੀ ਭੂਤ ਪ੍ਰੇਤਾਂ ਨੂੰ ਵਸ ਚ ਕਰਨ ਦਾ। ਮਨਾਉਣਾ ਵੀ ਹੈ ਜੀ ਉਹਨਾਂ ਨੂੰ। ਬਾਬਾ ਜੀ ਤੁਸੀਂ ਖਰਚੇ ਦੀ ਪਰਵਾਹ ਨਾ ਕਰੋ, ਬਸ ਤੁਸੀਂ ਇਲਾਜ ਸ਼ੁਰੂ ਕਰੋ। ਮੇਰੇ ਘਰੇ ਨਾ ਬੱਚਾ ਹੋਣਾ ਚਾਹੀਦਾ। ਬੱਚਾ ਤੂੰ ਦਿਲ ਨੂੰ ਉਦਾਸ ਨਾ ਕਰ, ਤੂੰ ਇੱਕ ਬੱਚਾ ਮੰਗੇ ਰਾ ਨਾ, ਬਾਬੇ ਫਲ ਪਾਉਣਗੇ। ਹੈ ਬਾਬਾ ਜੀ? ਓਏ ਤੂੰ ਤਾਂ ਬੱਚਿਆਂ ਦੇ ਲਾਈਨਾਂ ਲਗਾ ਦੇਗਾ, ਬਸ ਭਰੋਸਾ ਰੱਖ ਮੇਰੇ ਤੇ।
ਜੈ ਹੋ ਜੈ ਹੋ ਬਾਬਾ ਕੱਪੜਦਾਸ ਦੀ। ਬੱਚਾ ਬਾਬੇ ਸਾਡੇ ਬਹੁਤ ਅੰਤਰਜਾਮੀ ਨੇ। ਅੱਛਾ ਬਾਬਾ ਜੀ, ਹਾਂ ਬੱਚਾ। ਕਿੰਨਾ ਖਰਚਾ ਆ ਜਾਊਗਾ? ਆਹੀ ਬਸ 10-15 ਹਜ਼ਾਰ ਇੰਨੇ ਵਿੱਚ ਹੀ ਧੰਨ ਹੋ ਜਾਣੀ ਆ। ਇਹਦੇ 'ਚ ਸਾਡਾ ਵੀ ਕੰਮ ਹੋ ਜਾਊਗਾ ਤੇ ਤੁਹਾਡਾ ਵੀ। ਤੁਹਾਡਾ ਕਿਹੜਾ ਕੰਮ ਆ ਬਾਬਾ ਜੀ? ਤੁਸੀਂ ਕਿਹੜੀ ਕਮੇਟੀ ਭਰ ਗਈ ਹੈ ਬਾਬਾ ਜੀ? ਉਹ ਬੱਚਾ, ਅਸੀਂ ਇਹਨਾਂ ਕਮੇਟੀਆਂ ਦੇ ਚੱਕਰਾਂ ਤੋਂ ਬਾਹਰ ਹੀ ਰਹਿੰਦੇ ਆ। ਆ ਚੱਕੋ ਬਾਬਾ ਜੀ 1000 ਰੁਪਏ ਸਾਈ। ਮੂਰਖ ਬਾਬੇ ਪੈਸਿਆਂ ਨੂੰ ਹੱਥ ਨਹੀਂ ਲਾਉਂਦੇ, ਥਾਲੀ 'ਚ ਰੱਖ ਦੇ। ਆ ਲਓ ਬਾਬਾ ਜੀ। ਬਾਬਾ ਜੀ ਮੈਂ ਲਾ ਲੈਂਦੀ ਆ ਹੱਥ। ਐਂ ਕਰੋ ਤੁਸੀਂ ਆ ਪੁੜੀਆਂ ਦਿਓ ਇਹਨਾਂ ਨੂੰ। ਆ ਚੁੱਕੋ 2 ਪੁੜੀਆਂ। ਆ 2 ਪੁੜੀਆਂ ਰਾਤ ਨੂੰ 12 ਵਜੇ ਸੁੱਕੇ ਪਾਣੀ ਨਾਲ ਲੈਣੀਆਂ। ਜਾ ਭਗਤਾ, ਯਾਦ ਰੱਖੇਗਾ ਬਾਬਿਆਂ ਨੂੰ। ਸੁੱਕਾ ਪਾਣੀ? ਬਾਬਾ ਜੀ ਸੁੱਕਾ ਪਾਣੀ ਕਿਹੜਾ ਹੋਇਆ? ਸੁੱਕਾ ਪਾਣੀ ਨਹੀਂ ਭਗਤਾ, ਸੁੱਚੇ ਮੂੰਹ ਕਿਹਾ। ਅੱਛਾ 7 ਵਚਨ ਬਾਬਾ ਜੀ। ਬਾਬਾ ਜੀ ਉਹ ਟੈਨਸ਼ਨ ਨਾਲ ਮੇਰਾ ਤਾਂ ਪਹਿਲੀ ਮੂੰਹ ਸੁੱਕਿਆ ਰਹਿੰਦਾ। ਬਾਬਿਆਂ ਤੇ ਭਰੋਸਾ ਰੱਖ ਬੱਚਾ, ਤੂੰ ਫਿਕਰ ਨਾ ਕਰ। ਜਦੋਂ ਬਾਬਿਆਂ ਦੀ ਕਿਰਪਾ ਹੋ ਗਈ ਸਭ ਟੈਨਸ਼ਨਾਂ ਚੱਕੀਆਂ ਜਾਣਗੀਆਂ। ਤੇਰਾ ਮੂੰਹ ਇਦਾਂ ਹੋ ਜਾਣਾ ਜਿਵੇਂ ਕਮਲੀ ਦੀ ਪਾਥੀ ਹੁੰਦੀ ਹੈ। ਜੈ ਜੈ ਬਾਬੇ ਦੀ। ਜੈ ਬਾਬਿਆਂ ਦੀ, ਜੈ ਬਾਬਿਆਂ ਦੀ, ਜੈ ਹੋ। ਬਾਬਿਆਂ ਦੀ। ਚੰਗਾ ਬਾਬਾ ਜੀ, ਹੁਣ ਅਸੀਂ ਚੱਲਦੇ ਆਂ। ਕਿਰਪਾ ਬਣਾ ਕੇ ਰੱਖਿਓ। ਦਿਓ ਬਾਬਾ ਜੀ ਆਸ਼ੀਰਵਾਦ, ਫਿਰ ਅਸੀਂ ਜਾਂਦੇ ਆ। ਆਸ਼ੀਰਵਾਦ ਹੈ, ਆਸ਼ੀਰਵਾਦ ਹੈ, ਆਸ਼ੀਰਵਾਦ ਹੈ। ਕਲਿਆਣ ਹੋ ਬੱਚਾ। ਓਹੋ ਬਾਬਾ ਜੀ, ਆ ਤੁਸੀਂ ਕੀ ਕਹਿਤਾ? ਬਾਬਾ ਜੀ ਆ ਬੱਚਿਆਂ ਬਾਰੇ ਤੁਸੀਂ ਐਡਾ ਗੱਪ ਤਾਂ ਮਾਰਤਾ, ਜੇ ਨਾ ਹੋਇਆ ਫੇਰ? ਉਹ ਚੇਲਿਆ, ਸਾਡੇ ਵਰਗੇ ਸਾਰੇ ਬਾਬੇ ਗਪੌੜੀ ਹੁੰਦੇ ਆ, ਸਾਡੇ ਤਾਂ ਟੋਲੇ ਹੀ ਹੁੰਦੇ ਆ। ਜੇ ਸਿੱਧਾ ਪੈ ਗਿਆ ਤਾਂ ਮੌਜਾਂ, ਜੇ ਨਾ ਵੀ ਪਿਆ ਤੇ ਸਾਡੇ ਵਰਗੇ ਨੂੰ ਬੜਾ ਫਰਕ ਨਹੀਂ ਪੈਂਦਾ। ਓਏ ਸਾਨੂੰ ਕਿਹੜਾ ਕਿਸੇ ਨੇ ਪੁੱਛਣਾ ਚੇਲਿਆ। ਜੇ ਬੱਚਾ ਹੋ ਗਿਆ ਆਪਣੇ ਵਰਗੇ 5-7 ਗਾਹਕ ਹੋਰ ਲੈ ਕੇ ਆਓ। ਜੇ ਨਾ ਹੋਇਆ ਫੇਰ? ਤੇ ਨਾ ਉਹਨਾਂ ਨੇ ਕਿਸੇ ਨੂੰ ਦੱਸਣਾ ਹੈ, ਨਾ ਆਪਾਂ ਨੂੰ ਕਿਸੇ ਨੇ ਪੁੱਛਣਾ ਹੈ। ਜੀਤੋ, ਏ ਹਰਜੀਤ ਦੀ ਮਾਂ, ਆ ਗੱਲ ਸੁਣ ਮੇਰੀ। ਕਿਉਂ ਰੌਲਾ ਪਾ ਰੱਖਿਆ? ਸਾਰਾ ਘਰ ਸਿਰ ਤੇ ਚੱਕਿਆ ਹੋਇਆ ਏ। ਉਹ ਮੈਂ ਪੁੱਛ ਰਿਹਾ ਵੀ ਹਰਜੀਤ ਕਿੱਥੇ ਗਿਆ ਤੜਕੇ ਦਾ, ਮੁੜ ਕੇ ਆਇਆ ਹੀ ਨਹੀਂ। ਮੈਨੂੰ ਕਿਹੜਾ ਦੱਸ ਕੇ ਗਿਆ? ਜਸਵਿੰਦਰ ਨੂੰ ਪਤਾ ਹੋਣਾ, ਉਹਨੂੰ ਦੱਸ ਕੇ ਗਿਆ ਹੋਣਾ। ਓ ਭਾਈ ਬਹੂ, ਓ ਜਸਵਿੰਦਰ। ਹਾਂਜੀ ਬਾਪੂ ਜੀ। ਆ ਗੱਲ ਸੁਣ ਪੁੱਤ ਮੇਰੀ। ਹਾਂਜੀ ਬਾਪੂ ਜੀ। ਹਰਜੀਤ ਕਿੱਥੇ ਗਿਆ, ਤੈਨੂੰ ਦੱਸ ਕੇ ਗਿਆ ਕੁਛ? ਇਹ ਤਾਂ ਨਹੀਂ ਦੱਸ ਕੇ ਗਿਆ ਵੀ ਕਿੱਥੇ ਗਏ ਨੇ, ਪਰ ਇਹ ਜ਼ਰੂਰ ਕਹਿ ਕੇ ਗਏ ਨੇ ਵੀ ਕਿਤੇ ਕੰਮ ਜਾ ਕੇ ਆਣਾ। ਲੈ ਉਹ ਆਉਂਦਾ ਹਰਜੀਤ। ਨਾ ਇਹ ਕੋਈ ਅਮਲੀ ਭੰਗੀ ਹੈ ਜਾਂ ਜਵਾਕ ਹੈ? ਐਵੇਂ ਰੌਲਾ ਚੁੱਕ ਲੈਨੇ ਹੋ ਤੁਸੀਂ। ਓਏ ਉਹੀ ਰੌਲਾ ਨਹੀਂ ਪਾਉਂਦਾ ਮੈਂ। ਅੱਜ ਕੱਲ ਘਰੋਂ ਨਿਕਲਦਾ ਟਾਈਮ ਹੈਗਾ? ਪਤਾ ਕਹਿੰਦੀਆਂ ਲੁੱਟਾਂ ਖੋਹਾਂ ਚੱਲ ਰਹੀਆਂ ਨੇ। ਹਰਜੀਤ ਕਿੱਥੇ ਗਈ ਤੂੰ? ਉਹ ਬਾਪੂ ਮੈਨੂੰ ਕੰਮ ਸੀ ਥੋੜਾ ਜਿਹਾ, ਮੈਂ ਤਾਂ ਗਿਆ ਸੀ ਬਾਹਰ। ਉਹ ਜੇ ਜਾਣਾ ਤੀ ਦੱਸ ਕੇ ਜਾਂਦਾ ਹੈ। ਆ ਲੋ ਜੀ ਪਾਣੀ। ਮੈਂ ਮੇਰੇ ਦੋਸਤ ਜਗਤਾਰ ਨਾਲ ਗਿਆ ਸੀ। ਕਿੱਥੇ ਗਿਆ ਸੀ ਪੁੱਤ ਜਗਤਾਰ ਨਾਲ? ਕਿਹੜੇ ਕੰਮ ਗਿਆ ਸੀ? ਬੇਬੇ, ਜਗਤਾਰ ਮੈਨੂੰ ਕਿਸੇ ਸਿਆਣੇ ਬਾਬੇ ਕੋਲ ਲੈ ਗਿਆ ਸੀ। ਉਹ ਕਹਿੰਦਾ ਤੁਹਾਡੇ ਤੋਂ ਬਹੁਤ ਵੱਡੀ ਗਲਤੀ ਹੋਈ ਆ ਕੋਈ, ਜਿਹਦੇ ਕਰਕੇ ਤੁਹਾਡੇ ਜਵਾਕ ਨਹੀਂ ਹੋ ਰਿਹਾ। ਬਾਬਾ ਕਹਿੰਦਾ ਉਸ ਗਲਤੀ ਦਾ ਭਾਰ ਆ ਤੁਹਾਡੇ ਪਰਿਵਾਰ ਤੇ। ਉਹ ਗਲਤੀ ਨੂੰ ਕਿਹੜਾ ਆਪਾਂ ਨੇ ਕਿਸੇ ਦਾ ਪੈਰ ਮਿੱਧਤਾ ਹੈ? ਉਹ ਹਰਜੀਤ ਤੈਨੂੰ ਕਿੰਨੀ ਵਾਰੀ ਕਿਹਾ, ਇਹ ਸਿਆਣੇ ਸਿਉਣੇ ਹੋਈ ਹੁੰਦੇ ਨੇ, ਲੋਟੂ ਟੋਲੇ। ਕੀ ਦੱਸਾਂ ਬਾਪੂ, ਦਿਲੇ ਬੜਾ ਦੁਖੀ ਰਹਿੰਦਾ। ਇਸ ਕਰਕੇ ਜਿੱਥੇ ਵੀ ਕੋਈ ਕਹਿੰਦਾ ਮੈਂ ਚੁੱਪ ਕਰਕੇ ਚਲਾ ਜਾਣਾ, ਵੀ ਕੀ ਪਤਾ ਰੱਬ ਖੈਰ ਪੱਲੇ ਪਾਈ ਦੇਵੇ। ਓਏ ਉਹਨੇ ਤੇਰੇ ਤੋਂ ਪੈਸਾ ਪੂਸਾ ਤਾਂ ਨਹੀਂ ਲਿਆ ਕੋਈ? ਹਾਂ ਬਾਪੂ,
ਉਹ ਪੈਸੇ ਮੰਗਦਾ ਸੀ ਤੇ ਮੈਂ ਥੋੜੇ ਜਿਹੇ ਪੈਸੇ ਉਹਨੂੰ ਦੇ ਵੀ ਆਇਆ ਤੇ ਬਾਕੀ ਕਹਿੰਦਾ ਕੰਮ ਹੋਏ ਤੋਂ ਬਾਅਦ। ਉਹ ਹਰਜੀਤ, ਤੂੰ ਸਮਝਦਾਰ ਬੰਦਾ, ਪੁੱਤ ਕਦੇ ਧਾਗਿਆਂ ਤੇ ਵੀਤਾਂ ਨਾਲ ਵੀ ਬੱਚੇ ਹੋਏ ਨੇ ਹੈ। ਹੁਣ ਕੀ ਕਰਾਂ ਬਾਪੂ? ਕਰਨਾ ਕੀ ਆ? ਮੈਂ ਤਾਂ ਤੁਹਾਨੂੰ ਕਿੰਨੀ ਵਾਰ ਕਿਹਾ ਵੀ ਜੇ ਮੇਰਾ ਬੱਚਾ ਨਹੀਂ ਹੁੰਦਾ ਤਾਂ ਤੁਸੀਂ ਦੂਜਾ ਵਿਆਹ ਕਰਾ ਲਓ, ਪਰ ਮੇਰੀ ਸੁਣਦੇ ਕਿੱਥੇ ਹੋ ਤੁਸੀਂ? ਹਰਜੀਤ ਪੁੱਤ, ਬਹੂ ਠੀਕ ਕਹਿੰਦੀ ਐ। ਸਿਆਣੇ ਕਹਿੰਦੇ ਨੇ 100 ਹੱਥ ਰੱਸਾ ਸਿਰੇ ਤੇ ਗੰਢ। ਬੇਬੇ ਜੀ, ਮੈਂ ਤਾਂ ਪਿਛਲੇ 2 ਸਾਲਾਂ ਤੋਂ ਕਹਿ ਰਹੀ ਆ, ਪਰ ਮੇਰੀ ਕਿਹੜਾ ਕੋਈ ਸੁਣਦਾ। ਉਹ ਹਰਜੀਤ, ਕਰਾ ਲਾ ਦੂਆ ਵਿਆਹ, ਆ ਲੋਕ ਵੀ ਤਾਂ ਕਰਾਉਂਦੇ ਨੇ ਹੈ, ਇਹ ਚ ਮੇਣਾ ਵੀ ਕੀ ਆ। ਚਲੋ ਠੀਕ ਹੈ ਬਾਪੂ ਜੀ, ਜੇ ਤੁਹਾਡੀ ਸਾਰਿਆਂ ਦੀ ਇਹੀ ਮਰਜ਼ੀ ਹੈ ਨਾ, ਮੈਂ ਕਰਵਾ ਲੈਣਾ ਦੂਜਾ ਵਿਆਹ। ਹਰਜੀਤ, ਮੇਰੇ ਕੋਲ ਕਾਕੇ ਦੀ ਬਹੂ ਆਈ ਸੀ ਕੁਲਦੀਪ, ਕਹਿੰਦੀ ਸੀ ਜੇ ਜਸਵਿੰਦਰ ਮੰਨ ਜੇ ਤਾਂ ਮੈਂ ਆਪਣੀ ਭੈਣ ਦਾ ਸਾਕ ਕਰਾ ਦਊਂਗੀ ਹਰਜੀਤ ਨੂੰ। ਬੇਬੇ ਜੀ, ਤੁਸੀਂ ਗੱਲ ਕਰ ਲਓ, ਕੋਈ ਨਾ, ਮੇਰੇ ਵੱਲੋਂ ਹਾਂ ਹੀ ਆ। ਮੈਂ ਜ਼ਿੰਦਗੀ 'ਚ ਪਹਿਲਾ ਵਿਆਹ ਦੇਖਿਆ ਜਿੱਥੇ ਘਰ ਵਾਲੀ ਘਰ ਵਾਲੇ ਵਾਸਤੇ ਕੁੜੀ ਦੇਖਣ ਜਾਂਦੀ ਹੈ। ਉਹ ਚਲੋ ਕੋਈ ਨਾ, ਛੱਡੋ ਪਰਾਂ ਹੁਣ। ਤੁਸੀਂ ਐਂ ਕਰੋ, ਕੁਲਦੀਪ ਨੂੰ ਬੁਲਾ ਕੇ ਉਹਦੇ ਨਾਲ ਗੱਲ ਕਰੋ ਸਾਰੀ, ਫੇਰ ਦੇਖਦੇ ਆਂ। ਹਾਂ ਪਤਾ ਨਹੀਂ ਕੀ ਕਰੀ ਜਾਂਦੇ ਨੇ ਅੰਦਰ। ਉਹ ਆ ਜਾਓ ਹੁਣ, ਅਗਲੇ ਨੂੰ 11 ਵਜੇ ਦਾ ਟਾਈਮ ਦਿੱਤਾ ਹੋਇਆ, ਤੁਸੀਂ ਉਰੀ 12 ਵਜੇ ਆਦੇ। ਮੈਨੂੰ ਸਮਝ ਨਹੀਂ ਆਉਂਦੀ ਤੁਸੀਂ ਕਰੀ ਕੀ ਜਾਂਦੇ ਹੋ। ਆ ਜਾਓ। ਉਹ ਆ ਗਏ ਬਾਪੂ, ਆ ਗਏ। ਬਾਪੂ ਹਾਂ ਦੇਖੀ ਮੈਂ ਕਿਵੇਂ ਲੱਗਦਾ। ਉਹ ਪੁੱਤ ਤਾਂ ਸਾਨੂੰ ਸਦਾ ਹੀ ਵਧੀਆ ਲੱਗਦਾ। ਕੋਈ ਆਪਣੀ ਔਲਾਦ ਨੂੰ ਮਾੜਾ ਕਹਿੰਦਾ ਹੁੰਦਾ? ਤੇਰੀ ਮਾਂ ਨੂੰ ਮਾਰ ਹਾਕ। ਉਹ ਆਉਂਦੀ ਹੈ ਬੇਬੇ, ਉਹ ਤਿਆਰ ਹੋ ਰਹੀ ਹੈ। ਤਿਆਰ ਹੋ ਰਹੀ ਆ? ਉਹ ਦੇਖੀ ਕਿਤੇ ਸੁਰਖੀ ਬਿੰਦੀ ਲਾਣ ਲੱਗ ਜੇ ਉਹ। ਨਹੀਂ ਆ ਜਾ ਤਾਈ। ਆ ਤਾਇਆ ਨਾ ਬਾਹਰ ਖੜਾ ਗਾਲਾਂ ਕੱਢੀ ਜਾਂਦਾ, ਕਹਿੰਦਾ ਇੱਥੇ ਟਾਈਮ ਲਵਾਤਾ ਤੁਸੀਂ ਤਾਂ। ਨਹੀਂ, ਉਹਦੀ ਤਾਂ ਆਦਤ ਆ ਬੋਲਣ ਦੀ। ਆ ਜਾਨੀ ਆ, ਤੂੰ ਦੇਖ ਜਸਵਿੰਦਰ ਤਿਆਰ ਹੋਈ ਕਿ ਨਹੀਂ। ਚੱਲ ਤੂੰ ਆ, ਮੈਂ ਦੇਖਦੀ ਆ ਜਸਵਿੰਦਰ ਨੂੰ। ਆ ਜਾ। ਉਹ ਨਿਕਲਿਆ ਹੁਣ, ਹੋਏ ਨਹੀਂ ਟਿਸ਼ਨ ਮਿਸ਼ਨ ਪੂਰੇ। ਓਏ ਆ ਜਾਓ। ਓਏ ਆ ਜਾ ਬੇਬੇ। ਲੈ ਆ ਗਈ। ਜਦੋਂ ਕਿਤੇ ਜਾਣਾ ਹੁੰਦਾ ਤੂੰ ਐਂ ਹੀ ਰੌਲੀ ਪਾਈ ਜਾਇਆ ਕਰ, ਤਿਆਰ ਤਾਂ ਹੋ ਲੈਣ ਦਿਆ ਕਰ। ਉਹ ਤਿਆਰ ਹੋਣ ਨੂੰ ਕੀ ਲੱਗਦਾ, ਮੈਨੂੰ ਅੱਧਾ ਘੰਟਾ ਹੋ ਗਿਆ ਤਿਆਰ ਹੋਏ ਨੂੰ। ਤੁਹਾਡੇ ਇਸ਼ਨੇ ਮਿਸ਼ਨੇ ਨਹੀਂ ਮੁੱਕਦੇ। ਨਾ ਤੇਰਾ ਕੀ ਆ ਤਿਆਰ ਹੋਣ ਦਾ? ਤੂੰ ਤਾਂ ਕੁੜਤਾ ਚਾਦਰਾ ਪਾ ਕੇ ਐਂ ਤੁਰ ਪੈਣਾ। ਬੁੜੀਆਂ ਨੇ 100 ਕੰਮ ਕਰਨੇ ਹੁੰਦੇ ਨੇ ਤੇ ਫੇਰ ਜਾ ਕੇ ਆਪ ਤਿਆਰ ਹੋਣਾ ਹੁੰਦਾ। ਉਹ ਹੁਣੇ ਚ ਟੈਚੀ ਚ ਕਹਿਣਾ ਗੱਟਾ ਪਾ ਲਿਆ, ਕੀ ਪਤਾ ਚੁੰਨੀ ਚੜਾਵੇ ਦੇ ਪ੍ਰੋਗਰਾਮ ਬਣ ਜੇ। ਹਾਂ ਹਾਂ, ਪਾ ਲਿਆ ਸਾਰਾ ਕੁਝ ਅਟੈਚੀ ਵਿੱਚ। ਚਲੋ ਠੀਕ ਆ, ਬੈਠੋ ਹੁਣ ਗੱਡੀ 'ਚ। ਲੈ ਵੇ ਧਰ। ਉਹ ਜਸਵਿੰਦਰੇ, ਓਏ ਆ ਜਾ ਹੁਣ, ਉਹ ਪਹਿਲੀ ਲੇਟ ਹੋਈ ਜਾਂਦੇ ਆ। ਭਾਬੀ ਹਾਂ ਤੂੰ ਬੁਲਾ ਉਹਨੂੰ। ਬੁਲਾ ਭਾਈ ਬੁਲਾ। ਮੈਂ ਬੁਲਾਉਣੀ ਆ ਆ। ਲੈ ਬੇਬੇ ਟੈਚੀ ਟੈਚੀ ਮੈਨੂੰ ਵਿੱਚ ਬੁਲਾ। ਰੱਖ। ਨਹੀਂ ਜਸਵਿੰਦਰੇ। ਚਲੋ ਬੈਠੋ ਹੁਣ। ਓਏ ਆ ਜਾ ਹੁਣ। ਜੀ ਆ ਤਾਂ ਰਹੇ ਸੀ, ਤੁਸੀਂ ਵੀ ਨਾ। ਯਾਰ ਕੀ ਕਰੀਏ ਨੇ ਅੰਦਰ ਬੈਠੀ? ਚਲੋ ਚਲੋ, ਤੁਹਾਡੀ ਵੀ ਨਾ ਛੇਤੀ ਚੀਮੇ ਦੀ ਚਲੋ। ਤਿਆਰੀ ਨਹੀਂ ਮੁੱਕਦੀ। ਤਾਇਆ ਜੀ, ਇਹ ਹੈ ਸਾਡਾ ਘਰ। ਬਹੁਤ ਵਧੀਆ ਭਾਈ। ਹਰਜੀਤ, ਦੇਖ ਲੈ ਹੁਣ ਆਪਣੇ ਨਵੇਂ ਸਹੁਰਿਆਂ ਦਾ ਘਰ। ਉਹ ਘਰ ਤਾਂ ਠੀਕ ਆ। ਸਿੱਧਾ ਕਹਿਣਾ, ਘਰ ਵਾਲੀ ਵੀ ਠੀਕ ਹੋਣੀ। ਉਹ ਘਰ ਵਾਲੀ ਵੀ ਠੀਕ ਹੀ ਹੈ। ਮੈਂ ਆਪਣੀ ਨਹੀਂ ਗੱਲ ਕਰ ਰਹੀ, ਤੇਰੀ ਦੂਜੀ ਘਰ ਵਾਲੀ ਦੀ ਗੱਲ ਕਰ ਰਹੀ ਆ। ਉਹ ਬਾਬਾ ਬਸ ਕਰ। ਆ ਤੇਰੇ ਕਹਿਣ ਤੇ ਨਾ ਆ ਦੂਜੇ ਵਿਆਹ ਵਾਲਾ ਕੰਮ ਕੀਤਾ ਮੈਂ। ਸਿੱਧਾ ਨਹੀਂ ਕਹਿੰਦਾ ਤੂੰ, ਅੰਦਰ ਅੰਦਰ ਹੀ ਤਾਂ ਤੇਰੇ ਵੀ ਦਿਲ 'ਚ ਲੱਡੂ ਫੁੱਟਦੇ ਹੋਣੇ ਆ। ਉਹ ਬਸ ਕਰ ਬਾਬਾ। ਮੈਂ ਤਾਂ ਮਜ਼ਾਕ ਕਰਦੀ ਸੀ, ਤੁਸੀਂ ਵੀ ਨਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਆ ਜਾਓ ਜੀ, ਆ ਜਾਓ। ਹੋਰ ਸਰਦਾਰ ਜੀ, ਠੀਕ ਠਾਕ ਪਹੁੰਚ ਗਏ ਤੇ ਨਾ? ਹਾਂ ਜੀ ਹਾਂ,
ਘਰ ਦਾ ਤਾਂ ਪਤਾ ਹੀ ਸੀ। ਐਨ ਠੀਕ ਠਾਕ ਪਹੁੰਚ ਗਏ, ਸਿੱਧੇ ਉਰੇ ਆ ਕੇ ਰੁਕੇ ਆ। ਬਾਪੂ ਜੀ ਇਹਨੇ ਤਾਇਆ ਸ਼ੇਰ ਸਿੰਘ, ਸਤਿ ਸ੍ਰੀ ਅਕਾਲ ਜੀ। ਉਹ ਤਾਈ ਜੀਤੋ ਤੇ ਇਹ ਮੁੰਡਾ ਹਰਜੀਤ ਤੇ ਇਹਦੀ ਪਹਿਲੀ ਘਰ ਵਾਲੀ ਜਸਵਿੰਦਰ ਕੌਰ। ਕੋਈ ਨਾ, ਕਰਦੇ ਆਪਾਂ ਗੱਲਬਾਤ। ਤੁਸੀਂ ਪਹਿਲਾਂ ਚਾਹ ਪਾਣੀ ਛਕੋ। ਉਹ ਸੰਦੀਪ ਪੁੱਤ, ਆ ਚਾਹ ਪਾਣੀ ਲਿਆਓ ਭਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਆ ਨੂੰ। ਜਾ ਭੈਣੇ, ਸਤਿ ਸ੍ਰੀ ਇੱਥੇ ਆ ਅਕਾਲ ਜਾ। ਭਾਈ। ਆ ਜਾ ਪੁੱਤ ਬੈਠ। ਸਰਦਾਰ ਜੀ, ਸੰਦੀਪ ਤੇ ਕੁਲਦੀਪ ਦੀ ਮਾਂ ਨੂੰ ਪੂਰੇ ਹੋਏ ਲਗਭਗ 20 ਸਾਲ ਹੋ ਗਏ। ਮੈਨੂੰ ਪਤਾ ਹੈ ਮਾਂ ਤੋਂ ਬਗੈਰ ਮੈਂ ਕਿਵੇਂ ਪਾਲੀਆਂ ਨੇ। ਇਹ ਮੈਂ ਜਾਣਦਾ ਜਾਂ ਮੇਰਾ ਰੱਬ ਜਾਣਦਾ। ਉਹ ਆਹੋ ਭਾਈ, ਔਖਾ ਤਾਂ ਹੁੰਦਾ ਹੀ ਆ, ਬਾਕੀ ਗਿਆ ਤੋਂ ਬਾਅਦ ਤਾਂ ਯਾਦਾਂ ਹੀ ਰਹਿ ਜਾਂਦੀਆਂ ਨੇ। ਕੁਲਦੀਪ 4-5 ਸਾਲ ਦੀ ਸੀ ਤੇ ਸੰਦੀਪ ਉਹਦੀ ਗੋਦੀ 'ਚ ਸੀ। ਦਿਨ ਤਾਂ ਔਖੇ ਸੌਖੇ ਲੰਘੇ ਜੀ, ਪਰ ਪ੍ਰਕਾਸ਼ ਕੌਰ ਦੀ ਕਮੀ ਮੇਰੀ ਧੀਆਂ ਨੂੰ ਬਹੁਤ ਰਹੀ ਹੈ। ਅਸੀਂ ਤੁਹਾਡਾ ਦੁੱਖ ਸਮਝ ਸਕਦੇ ਹਾਂ। ਬਹੁਤ ਔਖਾ ਹੋ ਜਾਂਦਾ ਜੀ ਮਾਂ ਬਿਨਾਂ ਬੱਚਿਆਂ ਦੀ ਪਰਵਰਿਸ਼ ਕਰਨਾ। ਹਾਂਜੀ ਵੀਰ ਜੀ, ਬਹੁਤ ਔਖਾ ਹੋ ਜਾਂਦਾ, ਅਸੀਂ ਇਹ ਸਮਝ ਸਕਦੇ ਹਾਂ। ਬਾਕੀ ਜੋ ਕੁਦਰਤ ਨੂੰ ਮਨਜ਼ੂਰ ਭਾਈ ਉਹੀ ਹੋਣਾ। ਪਰਮਾਤਮਾ ਦੇ ਹੁਕਮ ਨੂੰ ਕੌਣ ਟਾਲ ਸਕਦਾ। ਤਾਈ ਜੀ ਬਾਪੂ ਨੇ ਸਾਨੂੰ ਕਦੇ ਕਿਸੇ ਚੀਜ਼ ਦੀ ਕਮੀ ਮਹਿਸੂਸ ਹੋਣ ਨਹੀਂ ਦਿੱਤੀ ਤੇ ਸ਼ਾਇਦ ਮਾਂ ਦਾ ਪਿਆਰ ਸਾਡੇ ਕਰਮਾਂ 'ਚ ਨਹੀਂ ਲਿਖਿਆ ਸੀ। ਕੋਈ ਗੱਲ ਨਹੀਂ ਬਾਈ ਜੀ, ਜਹਾਨ ਤੋਂ ਗਿਆ ਨੂੰ ਕੌਣ ਮੋੜ ਲਿਆਵੇ। ਭੈਣ ਜੀ, ਮੈਂ ਚਾਹੁੰਦਾ ਸੰਦੀਪ ਨੂੰ ਤੁਸੀਂ ਆਪਣੀ ਧੀਆਂ ਵਾਂਗੂ ਰੱਖੋਗੇ। ਬਾਕੀ ਤੁਹਾਡੀਆਂ ਸਾਰੀਆਂ ਸ਼ਰਤਾਂ ਮਨਜ਼ੂਰ ਨੇ। ਬਾਈ ਜੀ ਤੁਸੀਂ ਭੋਰਾ ਫਿਕਰ ਨਾ ਕਰੋ, ਸੰਦੀਪ ਨੂੰ ਮੈਂ ਆਪਣੀਆਂ ਧੀਆਂ ਵਾਂਗ ਰੱਖਾਂਗੀ। ਬਾਪੂ ਜੀ ਹੁਣ ਤੁਸੀਂ ਇਹ ਸਮਝੋ ਵੀ ਤੁਹਾਡੀਆਂ 2 ਨਹੀਂ 3 ਕੁੜੀਆਂ। ਮੈਂ ਵੀ ਸੰਦੀਪ ਨੂੰ ਆਪਣੀ ਛੋਟੀ ਭੈਣਾਂ ਵਾਂਗ ਰੱਖੂੰਗੀ। ਸੰਦੀਪ ਪੁੱਤ, ਜੇ ਤੂੰ ਗੱਲ ਕਰਨੀ ਆ ਤਾਂ ਹਰਜੀਤ ਨਾਲ ਕਰ ਲਾ। ਨਾ ਬੇਬੇ, ਮੈਂ ਤਾਂ ਕੋਈ ਗੱਲ ਨਹੀਂ ਕਰਨੀ। ਜਿਹੜਾ ਕੁਝ ਬਾਪੂ ਤੇ ਕੁਲਦੀਪ ਭੈਣ ਨੇ ਕਰਤਾ ਬਸ ਉਹ ਵਧੀਆ। ਤੇਰੇ ਮੁੰਡਾ ਪਸੰਦ ਹੈ? ਹਾਂਜੀ ਪਸੰਦ ਆ। ਹਰਜੀਤ, ਤੈਨੂੰ ਸੰਦੀਪ ਪਸੰਦ ਹੈ? ਕਰਦੇ ਹਾਂ। ਹਾਂ ਬੇਬੇ, ਮੈਨੂੰ ਪਸੰਦ ਆ ਕੁੜੀ। ਬਾਕੀ ਬਾਈ ਜੀ, ਹਰਜੀਤ ਦੇ ਪਹਿਲੇ ਵਿਆਹ ਬਾਰੇ ਤਾਂ ਤੁਹਾਨੂੰ ਕੁਲਦੀਪ ਨੇ ਦੱਸ ਹੀ ਦਿੱਤਾ ਹੋਣਾ। ਹਾਂਜੀ ਹਾਂਜੀ ਭੈਣ ਜੀ, ਕੁਲਦੀਪ ਨੇ ਸਾਨੂੰ ਸਾਰਾ ਕੁਝ ਦੱਸਤਾ ਸੀ ਪਹਿਲਾਂ। ਹਾਂ ਸੰਦੀਪ ਪੁੱਤ, ਤੈਨੂੰ ਹਰਜੀਤ ਦੇ ਪਹਿਲੇ ਵਿਆਹ ਬਾਰੇ ਪਤਾ ਆ ਨਾ? ਹਾਂਜੀ ਮੈਨੂੰ ਸਾਰਾ ਕੁਝ ਪਤਾ। ਅਸੀਂ ਤਾਂ ਪੁੱਛ ਰਹੇ ਧੀਏ, ਤੈਂ ਪੂਰੀ ਜ਼ਿੰਦਗੀ ਕੱਟਣੀ ਆ। ਰੋਜ਼ ਰੋਜ਼ ਦੀ ਲੜਾਈ ਨਾਲੋਂ ਪਹਿਲਾਂ ਗੱਲ ਕਰੀ ਚੰਗੀ ਰਹਿੰਦੀ ਆ। ਹਾਂਜੀ ਇਹ ਤਾਂ ਸਿਆਣੀ ਗੱਲ ਹੈ ਭਾਜੀ ਤੁਹਾਡੀ। ਮੱਗਰ ਸਿਆ, ਹੁਣ ਤੁਸੀਂ ਵਿਆਹ ਬਾਰੇ ਦੱਸੋ। ਪੂਰਾ ਵਿਆਹ ਕਰਨਾ ਜਾਂ ਫਿਰ ਚੁੰਨੀ ਚੜਾਵਾ ਕਰਨਾ? ਭਾਈ ਸਾਹਿਬ, ਅਸੀਂ ਤਾਂ ਕੁੜੀ ਤੁਹਾਨੂੰ ਦੇਤੀ, ਹੁਣ ਤੁਹਾਡੀ ਮਰਜ਼ੀ ਹੈ। ਚਾਹੇ ਤੁਸੀਂ ਚੁੰਨੀ ਚੜਾ ਕੇ ਲੈ ਜਾਓ, ਚਾਹੇ ਤੁਸੀਂ ਫੇਰੇ ਕਰਕੇ ਲੈ ਜਾਓ, ਉਹ ਤੁਹਾਡੀ ਇੱਛਾ ਜੀ। ਮੇਰਾ ਖਿਆਲ ਤਾਂ ਕਹਿੰਦਾ ਵੀ ਕੁੜੀ ਨੂੰ ਅੱਜੇ ਲੈ ਜਾਣਾ ਚੁੰਨੀ ਚੜਾਵਾ ਕਰਕੇ। ਵਿਆਹ ਨੂੰ ਕੀ ਆ? ਠੀਕ ਹੈ ਜੀ। ਜਿਹੜਾ ਵਿਆਹ ਤੇ ਖਰਚਾ ਕਰੋਗੇ ਉਹੀ ਆਪਣੇ ਧੀ ਪੁੱਤ ਦੇ ਕੰਮ ਆ ਜਾਊਗਾ। ਸੱਤ ਵਚਨ ਜੀ, ਨਾਲੇ ਤੁਹਾਡੀ ਗੱਲ ਵੀ ਸਿਆਣੀ ਹੈ ਜੀ। ਨਾਲੇ ਦੋਏ ਪਰਿਵਾਰ ਖਰਚੇ ਦੇ ਬਚੇ ਰਹਾਂਗੇ। ਬਾਕੀ ਜਿਵੇਂ ਤੁਹਾਡਾ ਫੈਸਲਾ ਹੋਊਗਾ ਸਿਰ ਮੱਥੇ। ਨਾ ਨਾ, ਫੈਸਲਾ ਤਾਂ ਤੁਹਾਡੇ ਨਾਲ ਹੀ ਹੈ ਜੀ। ਹਾਂਜੀ, ਅੱਜ ਹੀ ਲੈ ਕੇ ਜਾਣਾ ਸੰਦੀਪ ਨੂੰ। ਬਸ ਠੀਕ ਆ, ਫਿਰ ਹੋ ਗਿਆ ਫੈਸਲਾ। ਕਰੋ ਕੁੜੀ ਨੂੰ ਤੋਰਨ ਦੀ ਤਿਆਰੀ। ਲੈ ਜਾ ਭਾਈ। ਕੁਲਦੀਪ, ਕਰੋ ਸੰਦੀਪ ਨੂੰ ਲੈ ਜਾਓ ਤਿਆਰ। ਪੁੱਤ ਅੰਦਰ। ਚਲੋ ਚਲ ਆ ਜਾ ਸੰਦੀਪ, ਆ ਜਾ ਜਸਵਿੰਦਰ। ਜਸਵਿੰਦਰ, ਤੂੰ ਵੀ ਜਾ ਪੁੱਤ। ਆ ਚਾਹ ਲਓ ਜੀ ਤੁਸੀਂ। ਰੁਕ ਜਾ ਧੀਏ, ਮੈਂ ਪਾਣੀ ਵਾਰ ਲਾਂ।
ਗੱਲ ਸੁਣ ਸੰਦੀਪ, ਹੁਣ ਇਸ ਘਰ ਨੂੰ ਨਾ ਤੂੰ ਆਪਣਾ ਹੀ ਘਰ ਸਮਝੀ। ਜੇ ਰੱਬ ਨੇ ਚਾਹਿਆ ਨਾ ਅਗਲੇ ਸਾਲ ਨੂੰ ਤੇਰੀ ਝੋਲੀ 'ਚ ਪੁੱਤ ਹੋਇਆ ਤਾਂ ਸਾਰੀ ਜ਼ਮੀਨ ਜਾਇਦਾਦ ਦੀ ਹੱਕਦਾਰ ਤੂੰ ਕੱਲੀ ਨੇ ਬਣ ਜਾਣਾ ਹੈ। ਠੀਕ ਆ ਭੈਣੇ। ਜਸਵਿੰਦਰ ਦੇ ਤਾਂ ਹੁਣ ਤੱਕ ਬੱਚਾ ਹੋਇਆ ਨਹੀਂ ਨਾ ਹੋਣਾ ਹੈ, ਠੀਕ ਹੈ। ਮੈਨੂੰ ਪਤਾ ਹੈ ਮੇਰੀ ਛੋਟੀ ਭੈਣ ਨੇ ਘਰ ਦੀ ਮਾਲਕਣ ਬਣ ਜਾਣਾ ਹੈ। ਨਾਲੇ ਸੰਦੀਪ, ਮੈਂ ਜੋ ਵੀ ਕੀਤਾ ਨਾ ਸਾਰਾ ਕੁਝ ਸੋਚ ਸਮਝ ਕੇ ਕੀਤਾ ਹੈ। ਕੁਲਦੀਪ ਭੈਣ, ਜੇ ਜਸਵਿੰਦਰ ਕੋਲ ਬੱਚਾ ਹੋ ਗਿਆ ਫਿਰ ਕੀ ਹੋਊ? ਨਹੀਂ, ਜਿਹਦੇ 10 ਸਾਲ 'ਚ ਨਹੀਂ ਹੋਇਆ ਹੁਣ ਕੀ ਹੋਊਗਾ? ਨਾਲੇ ਮੇਰੀ ਗੱਲ ਸੁਣ, ਆ ਦਵਾਈਆਂ ਦੀ ਤਾਂ ਖਾਦੀ ਪਈ ਹੈ ਸਾਰੀ। ਨਾਲੇ ਤੂੰ ਇਹੀ ਜਿਹੀ ਗੱਲਾਂ ਨਾ ਸੋਚਿਆ ਕਰ। ਚੱਲ ਠੀਕ ਆ ਫਿਰ। ਨਾਲੇ ਮੇਰੀ ਗੱਲ ਸੁਣ, ਹਰਜੀਤ ਨੂੰ ਨਾ ਆਪਣੇ ਹੱਥ 'ਚ ਰੱਖੀ, ਠੀਕ ਹੈ। ਕੱਪੜਾ ਲੀੜਾ ਟਾਈਮ ਸਿਰ ਦਿਆ ਕਰੀ, ਰੋਟੀ ਪਾਣੀ ਦਾ ਧਿਆਨ ਰੱਖੀ, ਫੁੱਲ ਸੇਵਾ ਕਰੀ, ਪਿਆਰ ਨਾਲ ਬੋਲਿਆ ਕਰੀ। ਤੇਰਾ ਬੰਦਾ ਤੇਰੇ ਹੱਥ 'ਚ ਹੋਊਗਾ, ਤੂੰ ਸਭ ਕਾਸ ਦੀ ਮਾਲਕ ਬਣ ਜਾਏਗੀ, ਸਮਝ ਗਈ ਨਾ? ਚੱਲ ਠੀਕ ਆ ਭੈਣੇ। ਚੱਲ ਚੰਗਾ, ਮੈਂ ਚੱਲਦੀ ਹਾਂ, ਕੱਲ ਨੂੰ ਆਉਂਗੀ ਤੇਰੇ ਕੋਲ। ਚੱਲ ਚੰਗਾ ਭੈਣੇ, ਆਈ ਜ਼ਰੂਰ। ਹਾਂ ਹਾਂ, ਜ਼ਰੂਰ ਆਉਂਗੀ। ਚੱਲ ਚੰਗਾ, ਤੂੰ ਆਪਣਾ ਖਿਆਲ ਰੱਖੀ। ਸ਼ੁਕਰ ਆ ਮਾਲਕ ਦਾ, ਸਾਰਾ ਕੁਝ ਸਹੀ ਹੋ ਗਿਆ। ਹਰਜੀਤ ਪੁੱਤ, ਹੁਣ ਤੁਸੀਂ ਆਪਣਾ ਹੱਸੋ ਖੇਡੋ। ਜੇ ਰੱਬ ਨੇ ਸੁਣ ਲਈ ਬਸ ਵਧੀਆ। ਕੁੜੇ ਕੁਲਦੀਪ ਤੁਰ ਚੱਲੀ, ਹੋਰ ਬੈਠ ਜਾਂਦੀ ਸੰਦੀਪ ਕੋਲ। ਕੋਈ ਨਾ ਤਾਈ, ਕੱਲ ਨੂੰ ਮਾਰ ਜੂਗੀ ਮੈਂ ਗੇੜਾ। ਨਾਲੇ ਸੰਦੀਪ ਨੇ ਹੁਣ ਇੱਥੇ ਹੀ ਰਹਿਣਾ। ਨਾਲੇ ਤੈਨੂੰ ਪਤੀ ਹੈ ਤਾਈ, ਆ ਜਾ ਕੇ ਨਾ ਮੈਂ ਆਥਾਂ ਦਾ ਰੋਟੀ ਪਾਣੀ ਵੀ ਕਰਨਾ। ਮੈਂ ਤਾਂ ਐ ਕਹਿੰਦੀ ਸੀ ਧੀਏ, ਸੰਦੀਪ ਨਵੀਂ ਨਵੀਂ ਆਈ ਸਾਡੇ ਘਰ 'ਚ, ਉਹਦਾ ਜੀ ਲੱਗ ਜਾਂਦਾ। ਲੈ ਦੱਸ ਤਾਈ, ਜੀ ਤਾਂ ਹੁਣ ਤੁਸੀਂ ਸਾਰਿਆਂ ਨੇ ਲਵਾਉਣਾ ਹੈ। ਨਾਲੇ ਹਰਜੀਤ ਹੈਗਾ ਹੁਣ ਜੀ ਲਵਾਉਣ ਨੂੰ ਉਹਦਾ। ਚੱਲ ਚੰਗਾ ਤਾਈ, ਮੈਂ ਚੱਲਦੀ ਹਾਂ। ਚੱਲ ਚੰਗਾ ਭਾਈ, ਗੇੜਾ ਮਾਰਦੀ ਰਹੀ। ਹਾਂ ਹਾਂ ਤਾਈ, ਗੇੜਾ ਤਾਂ ਮੈਂ ਮਾਰਦੀ ਰਿਹਾ ਕਰੂੰ। ਨਾਲੇ ਹਰਜੀਤ ਨਾਲ ਤਾਂ ਹੁਣ ਮੇਰੀ ਦੂਰੀ ਰਿਸ਼ਤੇਦਾਰੀ ਹੋ ਗਈ। ਪਹਿਲਾਂ ਭਾਬੀ ਲੱਗਦੀ ਸੀ, ਹੁਣ ਵੱਡੀ ਸਾਲੀਆਂ। ਕਿਉਂ ਵੇ ਹਰਜੀਤ? ਬਿਲਕੁਲ ਜੀ ਬਿਲਕੁਲ। ਚੱਲ ਠੀਕ ਹੈ ਤਾਈ, ਮੈਂ ਚੱਲਦੀ ਹਾਂ। ਚੰਗਾ ਧੀਏ। ਜਸਵਿੰਦਰ, ਓ ਜਸਵਿੰਦਰ, ਆ ਚਾਹ ਲਿਆ। ਹਾਂਜੀ ਉਹ ਚਾਹ ਪਿਲਾ ਯਾਰ। ਹਾਂਜੀ, ਚਾਹ ਤਾਂ ਮੈਂ ਬਣਾ ਲਿਆਨੀ ਆ। ਤੁਸੀਂ ਐ ਕਰੋ, ਸੰਦੀਪ ਕੋਲੇ ਜਾ ਕੇ ਬਹਿ ਜਾਓ, ਵਿਚਾਰੀ ਕੱਲੀ ਬੈਠੀ ਹੋਣੀ ਆ। ਉੱਤੋਂ ਕੁਲਦੀਪ ਭੈਣ ਵੀ ਚਲੀ ਗਈ ਆ। ਚੱਲ ਠੀਕ ਆ, ਤੂੰ ਲਿਆ ਚਾਹ ਬਣਾ ਕੇ। ਜਸਵਿੰਦਰ ਪੁੱਤ, ਮੇਰੀ ਚਾਹ ਠੰਡੀ ਕਰਕੇ ਲਈ, ਨਾਲੇ ਮਿੱਠਾ ਘੱਟ ਰੱਖੀ। ਠੀਕ ਹੈ ਬਾਪੂ ਜੀ, ਹੁਣ ਤੁਸੀਂ ਜਾਓ। ਹਾਂ ਹਾਂ, ਮੈਂ ਜਾਣਾ, ਤੂੰ ਚਾਹ ਲਿਆ ਬਣਾ ਕੇ। ਚੱਲ ਚੰਗਾ, ਹੁਣ ਤੁਸੀਂ ਭੱਗ ਜਾਓ। ਹਰਜੀਤ ਦੀ ਬੇਬੇ, ਮੈਂ ਕਹਿੰਦਾ ਆਪਣੀ ਜਸਵਿੰਦਰ ਵਰਗਾ ਜਿਗਰਾ ਨਹੀਂ ਹੋਣਾ ਕਿਸੇ ਦੀ ਬਹੂ ਦਾ। ਹਰਜੀਤ ਨੂੰ ਆਪ ਕਿਹਾ ਸੰਦੀਪ ਕੋਲ ਬਹਿ ਜਾ। ਸੱਚ ਗੱਲ ਆ ਜੀ, ਆਪਾਂ ਬਹੁਤ ਭਾਗਾ ਵਾਲੇ ਆ ਜਿਨ੍ਹਾਂ ਨੂੰ ਇੰਨੀ ਚੰਗੀ ਤੇ ਇੰਨੇ ਸਬਰ ਵਾਲੀ ਨੂੰਹ ਮਿਲੀ ਆ। ਹੋਰ ਕੀ, ਹਰਜੀਤ ਨੂੰ ਆਪ ਕਹਿੰਦੀ ਰਹੀ ਆ, ਜੇ ਮੇਰੇ ਬੱਚਾ ਨਹੀਂ ਹੁੰਦਾ ਤਾਂ ਤੂੰ ਦੂਆ ਵਿਆਹ ਕਰਾ ਲਾ। ਸਹੀ ਕਹਿੰਦੇ ਹੋ ਜੀ। ਜੇ ਆਪਣੀ ਜਸਵਿੰਦਰ ਨੇ ਕਿਸੇ ਦਾ ਮਾੜਾ ਨਹੀਂ ਕੀਤਾ ਤਾਂ ਰੱਬ ਨੇ ਜਸਵਿੰਦਰ ਦਾ ਵੀ ਕਦੀ ਮਾੜਾ ਨਹੀਂ ਕਰਨਾ। ਸਹੀ ਗੱਲ ਆ। ਚੱਲ, ਉਹ ਨੌਕਰ ਪਾਰਟੀ ਜੀ ਮੰਗਦੇ, ਮੈਂ ਉਹਨਾਂ ਨੂੰ ਬੋਤਲ ਦਵਾਇਆ ਮੈਂ ਠੇਕੇ ਤੋਂ। ਤੁਸੀਂ ਬੈਠੋ। ਦਿਓ।
ਹੇ ਰੱਬ ਸੱਚਿਆ, ਭਲਾ ਕਰੀ ਸਭ ਦਾ ਤੇ ਕਿਸੇ ਪਿੱਛੇ ਸਾਡਾ ਵੀ ਕਰੀ। ਮੇਰੇ ਘਰ ਵੀ ਹੁਣ ਪੋਤੇ ਪੋਤੀਆਂ ਖੇਡਣਗੇ। ਸੰਦੀਪ, ਤੂੰ ਖੁਸ਼ ਤਾਂ ਹੈ ਨਾ? ਹਾਂਜੀ। ਦੇਖ ਸੰਦੀਪ, ਮੇਰੀ ਗੱਲ ਸੁਣ। ਤੂੰ ਜਸਵਿੰਦਰ ਨਾਲ ਭੈਣ ਵਾਲਾ ਵਰਤਾਓ ਰੱਖਣਾ। ਤੂੰ ਉਹਨੂੰ ਆਪਣੀ ਵੱਡੀ ਭੈਣ ਸਮਝਣਾ। ਕਦੇ ਵੀ ਇੱਕ ਦੂਜੇ ਪ੍ਰਤੀ ਮਨ 'ਚ ਫਰਕ ਨਹੀਂ ਰੱਖਣਾ, ਭਾਵੇਂ ਕੋਈ ਕੁਛ ਵੀ ਕਹੀ ਜਾਵੇ। ਹਾਂਜੀ ਠੀਕ ਆ ਜੀ। ਹੋਰ ਦੱਸ, ਮੇਰਾ ਪਰਿਵਾਰ ਕਿਦਾਂ ਦਾ ਲੱਗਿਆ? ਬਹੁਤ ਵਧੀਆ। ਚਲੋ ਠੀਕ ਹੈ। ਹਰਜੀਤ, ਫਸਲ ਤਾਂ ਐਤਕੀ ਪਿਛਲੇ ਸਾਲ ਨਾਲੋਂ ਵੀ ਵਧੀਆ ਲੱਗਦੀ ਆ। ਹਾਂ ਬਾਪੂ, ਐਤਕੀ ਤਾਂ ਬਹੁਤ ਵਧੀਆ ਝਾੜ ਨਿਕਲਣਾ। ਖੇਤਾਂ ਵੱਲ ਗੇੜਾ ਮਾਰਦਾ ਰਹੀਂ। ਫਸਲ ਬਾੜੀ ਖਿਆਲ ਰੱਖਣ ਵਾਲੀ ਹੁੰਦੀ ਆ। ਮਾਲਕ ਭਾਲਦੀ ਆ ਹਰ ਟਾਈਮ ਖੇਤਾਂ 'ਚ ਹੈ। ਇਹ ਤਾਂ ਗੱਲ ਬਾਪੂ ਤੇਰੀ ਠੀਕ ਆ, ਪਰ ਅੱਜ ਮੈਂ ਸ਼ਹਿਰ ਚੱਲਿਆ। ਸੰਦੀਪ ਨੂੰ ਦਵਾਈ ਦਵਾ ਕੇ ਲਿਆਉਣੀ ਹੈ। ਵੇ ਹਰਜੀਤ, ਕੀ ਹੋਇਆ ਸੰਦੀਪ ਨੂੰ? ਢਿੱਲੀ ਜੀ ਲੱਗਦੀ ਆ ਸਵੇਰ ਦੀ, ਕਹਿੰਦੀ ਮੇਰਾ ਜੀਜਾ ਕੱਚਾ ਹੋਈ ਜਾਂਦਾ। ਇਹ ਆਓ ਦੇਖ ਬੇਬੇ ਕਿਵੇਂ ਬਾਤੇ ਲਈ ਜਾਂਦੀ ਹੈ। ਫੇਰ ਤਾਂ ਮੈਨੂੰ ਲੱਗਦਾ ਵਾਹਿਗੁਰੂ ਨੇ ਆਪਣੀ ਸੁਣ ਲਈ। ਸੰਦੀਪ ਦੇ ਬੱਚਾ ਹੋਣ ਵਾਲਾ ਏ। ਸੱਚੀ ਬੇਬੇ? ਲੈ ਹੋਰ, ਰੱਬ ਸੁੱਖੀ ਸੰਦੀ ਇਹ ਦਿਨ ਲਿਆਉਂਦਾ। ਅਸੀਂ ਤਾਂ ਤਰਸ ਗਏ ਸੀ। ਸ਼ੁਕਰ ਆ ਪਰਮਾਤਮਾ, ਤੂੰ ਸਾਡੇ ਤੇ ਵੀ ਇਹ ਦਿਨ ਲਿਆਂਦਾ। ਵੇ ਹਰਜੀਤ, ਅੱਜ ਜਸਵਿੰਦਰ ਵੀ ਬੱਤ ਜਿਹੇ ਕਰੀ ਜਾਂਦੀ ਹੈ। ਇਹਨੂੰ ਕੀ ਹੋਇਆ? ਵੇ ਹਰਜੀਤ, ਮੈਨੂੰ ਤਾਂ ਲੱਗਦਾ ਜਸਵਿੰਦਰ ਦੇ ਵੀ ਬੱਚਾ ਹੋਣ ਵਾਲਾ ਏ। ਅੱਛਾ ਬੇਬੇ? ਲੈ ਹੋਰ ਕੀ। ਸ਼ੁਕਰ ਆ ਰੱਬਾ, ਇਸ ਘਰ 'ਚ ਵੀ ਜਵਾਕਾਂ ਦੀਆਂ ਕਲਕੈਰੀਆਂ ਗੁੰਜਣਗੀਆਂ। ਵਾਹ ਓ ਰੱਬਾ, ਤੇਰੇ ਵੀ ਰੰਗ ਨਿਆਰੇ ਆ। ਕਿਤੇ ਇੱਕ ਵੀ ਨਹੀਂ ਸੀ ਤੇ ਹੁਣ ਦੋ ਦੋ। ਧੰਨ ਆ ਪ੍ਰਮਾਤਮਾ, ਤੂੰ ਧੰਨ। ਵੇ ਹਰਜੀਤ, ਜਾ ਗੁਰੂ ਘਰ ਲੱਡੂਆਂ ਦਾ ਡੱਬਾ ਚੜਾ ਕੇ ਆ। ਓ ਬੇਬੇ, ਉਹ ਹੁਣ ਇਹ ਵੀ ਦੱਸ ਦੇ, ਉਹ ਡੱਬਾ ਇੱਕ ਚੜਾਵਾਂ ਕਿ ਦੋ? ਵੇ ਡੱਬਾ ਤਾਂ ਇੱਕ ਹੀ ਚੜਾ, ਦੋ ਕੀ ਕਰਨੇ ਆ? ਜਾ ਜਲਦੀ। ਉਹ ਬੇਬੇ, ਉਹ ਜਵਾਕ ਦੋ ਹੋਣ ਵਾਲੇ ਆ, ਫਿਰ ਡੱਬੇ ਵੀ ਦੋ ਹੀ ਚੜਾਉਣੇ ਬਣਦੇ ਆ ਨਾ। ਉਹ ਜਿੰਨੇ ਮਰਜ਼ੀ ਚੜਾਇਆ ਬਾਈ, ਜਾ, ਬਾਲੀ ਖੁਸ਼ੀ ਦੀ ਗੱਲ ਆ। ਛੇਤੀ ਮੁੜ ਕੇ ਆ ਜਾਓ। ਬਾਪੂ, ਮੈਂ ਹੁਣੇ ਗਿਆ ਗੁਰਦੁਆਰਾ ਸਾਹਿਬ, ਡੱਬਾ ਚੜਾ ਕੇ ਹੁਣੇ ਵਾਪਸ ਆਇਆ। ਠੀਕ ਹੈ, ਜਾਇਆ। ਦੇਖਿਆ ਹਰਜੀਤ ਦੀ ਬੇਬੇ, ਦੇਖਿਆ ਹਰਜੀਤ ਨੂੰ ਕਿੰਨੀ ਖੁਸ਼ੀ ਹੋਈ ਇਸ ਗੱਲ ਦੀ। ਹਰਜੀਤ ਦੇ ਬਾਪੂ ਬੱਚਿਆਂ ਦੀ ਭੁੱਖ ਹੀ ਇਹੋ ਜਿਹੀ ਹੈ। ਜਦ ਆਪਣੇ ਹਰਜੀਤਾ ਹੋਣ ਵਾਲਾ ਸੀ, ਤੁਸੀਂ ਸਾਰੇ ਪਿੰਡ 'ਚ ਲੱਡੂ ਵੰਡੇ ਸੀ। ਓ ਹਾਂ ਹਾਂ, ਚੱਲ ਤੂੰ ਬਹੂਆਂ ਨੂੰ ਦੇਖ ਜਾ ਕੇ, ਜਾ ਗੱਲਬਾਤ ਕਰ ਕੋਈ। ਜੇ ਕਿਸੇ ਚੀਜ਼ ਦੀ ਲੋੜ ਹੋਈ ਤਾਂ ਦੱਸ ਦੇਣਗੀਆਂ। ਹਾਂ ਜਾਨੀ। ਹਾਂ, ਵਾਹ ਓਏ ਮੇਰੇ ਮਾਲਕਾ, ਸੁਣੇ ਲਈ ਸਾਡੀ। ਨੀ ਜਸਵਿੰਦਰੇ, ਪਈਆਂ ਪੁੱਤ? ਹਾਂ ਮੰਮੀ ਜੀ। ਤੇਰੀ ਸਿਹਤ ਕਿਵੇਂ ਆ ਹੁਣ? ਬਸ ਘਬਰਾਹਟ ਜੀ ਹੋਈ ਜਾਂਦੀ ਆ। ਜਿੱਤਨਾ ਕੁਝ ਖੱਟਾ ਖਾਣ ਨੂੰ ਕਰ ਰਿਹਾ। ਚਿੱਤ ਤਾਂ ਤੇਰਾ ਖੱਟਾ ਖਾਣ ਨੂੰ ਕਰਨਾ ਹੀ ਆ ਪੁੱਤ। ਤੂੰ ਮਾਂ ਬਣਨ ਵਾਲੀ ਐ। ਸੱਚੀ ਬੇਬੇ ਜੀ? ਹੋਰ ਕੁੜੇ, ਬੇਬੇ ਜੀ ਮੈਂ ਸੱਚੀ ਮਾਂ ਬਣਾਂਗੀ? ਮੈਨੂੰ ਤਾਂ ਯਕੀਨ ਹੀ ਨਹੀਂ ਹੋ ਰਿਹਾ। ਹਾਂ ਪੁੱਤ, ਰੱਬ ਨੇ ਤੇਰੀ ਨੇੜੇ ਹੋ ਕੇ ਸੁਣ ਲਈ। ਅੱਜ ਉਹ ਗੱਲ ਸੱਚੀ ਹੋ ਗਈ ਕਿ ਉਹਦੇ ਘਰ ਦੇਰ ਹੈ, ਹਨੇਰ ਨਹੀਂ। ਬੇਬੇ ਜੀ ਫਿਰ ਤਾਂ ਡਾਕਟਰ ਦੀ ਗੱਲ ਸੱਚੀ ਹੋ ਗਈ। ਕਹਿੰਦਾ ਸੀ ਤੁਸੀਂ ਦਵਾਈ ਧਿਆਨ ਨਾਲ ਲਓ, ਤੁਹਾਡੇ ਬੱਚਾ ਜ਼ਰੂਰ ਹੋਵੇਗਾ। ਮੈਨੂੰ ਤਾਂ ਯਕੀਨ ਨਹੀਂ ਹੋ ਰਿਹਾ ਬੇਬੇ।
ਤੂੰ ਹੀ ਨਹੀਂ ਪੁੱਤ, ਸੰਦੀਪ ਵੀ ਮਾਂ ਬਣਨ ਵਾਲੀ ਹੈ। ਤੂੰ ਰੁਕ ਪੁੱਤ, ਮੈਂ ਸੰਦੀਪ ਨੂੰ ਵੀ ਬੁਲਾ ਕੇ ਲਿਆਉਣੀ ਹੈ। ਤੁਹਾਨੂੰ ਦੋਹਾਂ ਨੂੰ ਇੱਕ ਗੱਲ ਸਮਝਾਉਣੀ ਹੈ। ਨੀ ਸੰਦੀਪ, ਸੰਦੀਪ, ਮੈਂ ਲਿਆਉਣੀ ਆ ਬੁਲਾ ਕੇ। ਠੀਕ ਹੈ ਮੰਮੀ ਜੀ। ਹੇ ਵਾਹਿਗੁਰੂ, ਸ਼ੁਕਰ ਹੈ ਦਾਤਿਆ, ਆ ਦਿਨ ਵੀ ਦਿਖਾਇਆ ਸਾਨੂੰ। ਆ ਜਾ ਪੁੱਤ ਸੰਦੀਪ, ਬੈਠ ਮੇਰੀ ਧੀ। ਸੰਦੀਪ, ਤੇਰੀ ਸਿਹਤ ਠੀਕ ਹੈ ਪੁੱਤ? ਬੇਬੇ ਜੀ, ਜੀ ਨਾ ਕੱਚਾ ਕੱਚਾ ਜਿਹਾ ਹੋਈ ਜਾਂਦਾ, ਜਿਵੇਂ ਨਾ ਉਲਟੀ ਆਉਂਦੀ ਹੋਵੇ। ਸੰਦੀਪ ਪੁੱਤ, ਤੇਰਾ ਪੈਰ ਭਾਰਾ। ਪੈਰ ਭਾਰਾ? ਮਤਲਬ ਮਤਲਬ ਕੀ ਬੇਬੇ ਜੀ? ਕਮਲੀਏ, ਤੂੰ ਮਾਂ ਬਣਨ ਵਾਲੀ ਐ। ਸੁੱਖ ਨਾਲ ਤੇਰੇ ਤੇ ਜਸਵਿੰਦਰ ਦੋਨਾਂ ਪੱਲੇ ਜਵਾਕ ਏ। ਸੱਚੀ ਬੇਬੇ ਜੀ? ਮੈਂ ਸੋਚਿਆ ਮੈਂ ਕਿਤੇ ਬਿਮਾਰ ਆ। ਨਹੀਂ ਪੁੱਤ, ਜਦੋਂ ਜੀ ਕੱਚਾ ਕੱਚਾ ਹੋਵੇ ਤੇ ਖੱਟੀਆਂ ਚੀਜ਼ਾਂ ਖਾਣ ਨੂੰ ਦਿਲ ਕਰੇ, ਉਦੋਂ ਪੈਰ ਭਾਰੀ ਹੁੰਦੇ ਨੇ। ਮੈਂ ਤਾਂ ਪਹਿਲਾਂ ਹਰਜੀਤ ਨੂੰ ਦੱਸੂਗੀ ਇਹ ਖੁਸ਼ਖਬਰੀ, ਉਹ ਸੁਣ ਕੇ ਕਿੰਨਾ ਖੁਸ਼ ਹੋਣਗੇ। ਜਸਵਿੰਦਰੇ, ਦੇਖ ਲੈ ਪੁੱਤ, ਮਾਂ ਬਣਨ ਦੀ ਕਿੰਨੀ ਖੁਸ਼ੀ ਹੁੰਦੀ ਹੈ। ਬੇਬੇ ਜੀ, ਇਸ ਖੁਸ਼ੀ ਦਾ ਤਾਂ ਨਾ ਇੱਕ ਵੱਖਰਾ ਅਹਿਸਾਸ ਆ। ਦੁਨੀਆ ਦੀ ਸਾਰੀ ਖੁਸ਼ੀਆਂ ਨਾ ਇੱਕ ਪਾਸੇ ਤੇ ਇਹ ਖੁਸ਼ੀ ਇੱਕ ਪਾਸੇ। ਅੱਛਾ, ਹੁਣ ਤੁਸੀਂ ਦੋਨੋਂ ਜਾਣੀਆਂ ਮੇਰੀ ਇੱਕ ਗੱਲ ਸੁਣੋ। ਆਪਣਾ ਖਾਣ ਪੀਣ ਦਾ ਖਿਆਲ ਰੱਖਣਾ, ਵੱਧ ਤੋਂ ਵੱਧ ਫਲ ਫਰੂਟ ਖਾਣਾ, ਦੇਸੀ ਘਿਓ ਖਾਣਾ ਤੇ ਜੂਸ ਪੀਣਾ। ਐਵੇਂ ਨਾ ਜਾਇਆ ਵੱਡੀ ਤੇ 버ਗਰ ਤੇ ਨਿਊਡਲ ਖਾਣ ਲੱਗ ਜਾਇਓ। ਬੇਬੇ ਜੀ, 버ਗਰ ਖਾਣਾ ਕੀ ਹੋ ਜਾਊਗਾ? ਜੇ ਦਿਲ ਕਰੇ ਕਦੇ ਤਾਂ ਖਾ ਲੈਣਾ ਚਾਹੀਦਾ। ਨੀ ਜਵਾਕ ਵੀ 버ਗਰ ਵਰਗਾ ਮੋਟਾ ਹੋਊ। ਹੁਣ ਕੁਝ ਹੋਰ ਨਾ ਮੇਰੇ ਮੂੰਹੋਂ ਸੁਣ ਲਈ। ਨਹੀਂ ਖਾਂਦੀਆਂ ਬੇਬੇ ਜੀ, ਬਿਲਕੁਲ ਵੀ ਨਹੀਂ ਖਾਂਦੀਆਂ। ਸਵੇਰ ਸ਼ਾਮ ਗੁਰੂ ਘਰੇ ਜਾਣਾ, ਨਾਲੇ ਤਾਂ ਸੈਰ ਹੋ ਜੂ, ਨਾਲੇ ਰੱਬ ਦਾ ਨਾਮ ਲਿਆ ਜਾਊਗਾ। ਠੀਕ ਹੈ ਬੇਬੇ ਜੀ। ਪਰਮਾਤਮਾ ਨੇ ਸਾਡੇ ਘਰ ਇੰਨੇ ਟਾਈਮ ਬਾਅਦ ਖੁਸ਼ੀ ਦਿੱਤੀ ਹੈ। ਲੱਖ ਲੱਖ ਸ਼ੁਕਰ ਹੈ ਉਸ ਵਾਹਿਗੁਰੂ ਦਾ। ਜੇ ਆਪਾਂ ਨੇ ਕਿਸੇ ਦਾ ਬੁਰਾ ਸੋਚਿਆ ਤਾਂ ਰੱਬ ਆਪਣੇ ਨਾਲ ਕਿਉਂ ਮਾੜੀ ਕਰੂ? ਹਾਂ ਪੁੱਤ, ਸਹੀ ਕਹਿਨੀ ਹੈ। ਹੁਣ ਤੁਸੀਂ ਦੋਨੋਂ ਜਾਣੀਆਂ ਆਰਾਮ ਕਰ ਲਓ ਤੇ ਆਪਣੇ ਖਾਣ ਪੀਣ ਦਾ ਖਿਆਲ ਰੱਖਣਾ। ਉੱਠਣਾ ਬੈਠਣਾ ਆਰਾਮ ਨਾਲ ਤੇ ਉੱਚੇ ਨੀਵੇਂ ਥਾਂ ਪੈਰ ਨਹੀਂ ਰੱਖਣਾ ਤੇ ਨਾ ਕੋਈ ਭਾਰਾ ਕੰਮ ਕਰਨਾ। ਸਮਝ ਗਈਆਂ ਨਾ ਦੋਨੇ? ਹਾਂ ਬੇਬੇ ਜੀ। ਚਲੋ ਚੰਗਾ, ਆਰਾਮ ਕਰ ਲਓ। ਹਰਜੀਤ ਦੀ ਬੇਬੇ, ਦੇਖ ਲੈ ਰੱਬ ਦੇ ਰੰਗ, ਕਿੱਥੇ ਆਪਾਂ ਇੱਕ ਬੱਚੇ ਨੂੰ ਤਰਸਦੇ ਤੀ ਅਰ ਕਿੱਥੇ ਹੁਣ ਦੋ ਹੋ ਜਾਣੇ ਆ। ਵਾਹ ਰੱਬਾ, ਤੇਰੇ ਰੰਗ ਵੀ ਨਿਆਰੇ ਨੇ। ਕਿਸੇ ਕਿਸੇ ਬੱਚੇ ਦਾ ਪੈੜਾ ਹੀ ਇਹੋ ਜਿਹਾ ਹੁੰਦਾ। ਤਾਈ ਘਰੀਓ? ਆ ਜਾ ਭਾਈ, ਆ ਜਾ, ਘਰੇ ਹੀ ਆ। ਮੱਥਾ ਟੇਕਦੀ ਤਾਈ ਜੀ। ਸਤਿ ਸ਼੍ਰੀ ਅਕਾਲ ਤਾਇਆ ਜੀ। ਸਤਿ ਸ੍ਰੀ ਅਕਾਲ ਭਾਈ। ਰਾਜੀ ਰਹਿ, ਜਿਉਂਦੀ ਰਹਿ। ਹੋਰ ਰਾਜੀ ਖੁਸ਼ੀ ਹੋ? ਹਾਂ ਭਾਈ। ਹਾਂ ਭਾਈ, ਅਸੀਂ ਤਾਂ ਰਾਜੀ ਖੁਸ਼ੀ ਆ। ਤੂੰ ਦੱਸ, ਤੂੰ ਤਾਂ ਸਾਡੇ ਘਰ ਦਾ ਰਸਤਾ ਹੀ ਭੁੱਲ ਗਈ। ਵਿਆਹ ਤੋਂ ਬਾਅਦ ਗੇੜਾ ਹੀ ਨਹੀਂ ਮਾਰਿਆ। ਅੱਜ ਆਈ ਆ ਕਿੰਨੇ ਦਿਨਾਂ ਬਾਅਦ। ਨਹੀਂ ਤਾਈ ਜੀ, ਬਸ ਨਾ ਘਰ ਦੇ ਕੰਮਾਂ ਕਾਰਾਂ ਚੋਂ ਤੁਹਾਨੂੰ ਪਤਾ ਨਿਕਲ ਹੀ ਨਹੀਂ ਜਾਂਦਾ। ਸੋਚਦੀ ਤਾਂ ਮੈਂ ਕਿੱਦੇ ਦੀ ਆ ਵੀ ਸੰਦੀਪ ਨੂੰ ਮਿਲਿਆ ਵਾਂ ਜਾ ਕੇ। ਮਿਲਿਆ ਪੁੱਤ, ਸੰਦੀਪ ਅੰਦਰੇ ਬੈਠੀ ਐ। ਹਾਂ, ਨਾਲੇ ਵਧਾਈਆਂ ਤੈਨੂੰ, ਸੰਦੀਪ ਮਾਂ ਬਣਨ ਵਾਲੀ ਐ, ਬੱਚਾ ਹੋਣ ਵਾਲਾ ਹੈ ਉਹਦੇ। ਹਾਂਜੀ ਤਾਈ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਇਹ ਖੁਸ਼ਖਬਰੀ ਤਾਂ ਸੰਦੀਪ ਨੇ ਮੈਨੂੰ ਫੋਨ ਤੇ ਦੇਤੀ ਸੀ। ਵਧਾਈਆਂ ਤਾਂ ਤੈਨੂੰ ਆ ਕੁੜੇ, ਬਹੁਤ ਬਹੁਤ। ਸੰਦੀਪ ਦਾ ਪੈੜਾ ਤਾਂ ਸਾਡੇ ਲਈ ਕਰਮਾਂ ਵਾਲਾ ਹੋਇਆ। ਸੁੱਖ ਨਾਲ ਜਸਵਿੰਦਰ ਵੀ ਮਾਂ ਬਣਨ ਵਾਲੀ ਐ। ਅੱਛਾ ਤਾਈ ਜੀ, ਫਿਰ ਤਾਂ ਤੁਹਾਨੂੰ ਡਬਲ ਵਧਾਈਆਂ ਹੋ ਗਈਆਂ। ਤਾਈ ਜੀ ਹੋਰ ਤੁਹਾਨੂੰ ਵੀ ਕੁੜੇ। ਵਧਾਈਆਂ ਹੋਣ। ਹਾਂ ਹਾਂ ਭਾਈ, ਹਾਂ। ਹੋਰ ਵਧਾਈਆਂ ਤਾਂ ਹੋ ਗਈਆਂ। ਹਾਂ ਭਾਈ, ਮਿਲਿਆ ਸੰਦੀਪ ਨੂੰ ਅੰਦਰ, ਰੂਮ 'ਚ ਬੈਠੀ ਐ। ਜਾ ਕੇ ਮਿਲਿਆ, ਕਰ ਲੈ ਗੱਲ। ਚਲ ਠੀਕ ਹੈ ਤਾਈ, ਮੈਂ ਮਿਲਦੀ ਹਾਂ ਸੰਦੀਪ ਨੂੰ। ਹਰਜੀਤ ਦੀ ਬੇਬੇ, ਜਦੋਂ ਬੱਚੇ ਹੋਏ ਨਾ, ਮੈਂ ਸਾਰੇ ਪਿੰਡ ਨੂੰ ਸੱਦਣਾ। ਮੇਰਾ ਤਾਂ ਹੁਣ ਵੀ ਜੀ ਕਰਦਾ ਮੈਂ ਨੱਚੀ ਜਾਵਾਂ ਬਸ।
ਜੀ ਤਾਂ ਕਰਨਾ ਹੀ ਆ ਜੀ, ਇੰਨੇ ਚਿਰਾਂ ਬਾਅਦ ਰੌਣਕਾਂ ਆਉਣੀਆਂ ਘਰ 'ਚ। ਸਹੀ ਗੱਲ ਆ, ਬਸ ਰੱਬ ਸੁੱਖ ਸਾਂਦ ਰੱਖੇ। ਬਿਲਕੁਲ। ਹਾਂ ਸੰਦੀਪ, ਸਤਿ ਸ਼੍ਰੀ ਅਕਾਲ ਭੈਣੇ। ਸਤਿ ਸ਼੍ਰੀ ਅਕਾਲ। ਹੋ ਠੀਕ ਹੈ? ਹਾਂਜੀ ਹਾਂਜੀ ਭੈਣੇ। ਅੱਛਾ ਮੈਨੂੰ ਐਂ ਦੱਸ ਸੰਦੀਪ, ਕੀ ਗੱਲ ਹੋ ਗਈ ਤੇ ਫੋਨ ਕਰਕੇ ਬੁਲਾਇਆ ਮੈਨੂੰ? ਦੀਦੀ ਬਾਕੀ ਸਭ ਤਾਂ ਨਾ ਠੀਕ ਆ, ਪਰ ਇੱਕ ਪੰਗਾ ਪੈ ਗਿਆ। ਪੰਗਾ? ਨਹੀਂ ਹੁਣ ਕਿਹੜਾ ਪੰਗਾ ਪੈ ਗਿਆ ਸੰਦੀਪ? ਦੀਦੀ ਉਹ ਜਸਵਿੰਦਰ ਕੋਲ ਵੀ ਨਾ ਬੱਚਾ ਹੋਣ ਵਾਲਾ। ਤੁਸੀਂ ਤਾਂ ਮੈਨੂੰ ਆਖਿਆ ਸੀ ਸਾਰੀ ਜ਼ਮੀਨ ਦਾ ਮਾਲਕ ਮੇਰਾ ਜਵਾਕ ਹੋਊਗਾ, ਹੁਣ ਕੀ ਕਰੋਗੇ? ਸੰਦੀਪ ਇਹ 'ਚ ਮੇਰਾ ਕੀ ਕਸੂਰ ਹੈ? 10 ਸਾਲ ਤਾਂ ਦੇ ਜਵਾਕ ਹੋਇਆ ਨਹੀਂ, ਹੁਣ ਕਿਵੇਂ ਹੋਣ ਵਾਲਾ ਹੋ ਗਿਆ? ਮੈਂ ਤਾਂ ਤੇਰੇ ਚੰਗੇ ਵਾਸਤੇ ਕੀਤਾ ਸੀਗਾ। ਸੱਚੀ ਦੀਦੀ ਮੇਰਾ ਤਾਂ ਨਾ ਸੋਚ ਕੇ ਸਿਰ ਫਟਣ ਵਾਲਾ ਹੋ ਰਿਹਾ। ਨਹੀਂ ਮੇਰੀ ਗੱਲ ਸੁਣ, ਐਵੇਂ ਨਾ ਆਵਾ ਤਵਾ ਸੋਚੀ ਜਾਇਆ ਕਰ, ਸਭ ਕੁਝ ਠੀਕ ਹੋ ਜਾਊਗਾ। ਮੇਰੀ ਗੱਲ ਸੁਣ ਧਿਆਨ ਨਾਲ, ਤੂੰ ਹਰਜੀਤ ਨੂੰ ਆਪਣੀ ਮੁੱਠੀ 'ਚ ਰੱਖ। ਉਹ ਤਾਂ ਵਾਲਾ ਟਾਈਮ ਖੇਤ ਹੀ ਰਹਿੰਦਾ ਦੀਦੀ, ਜੇ ਘਰੇ ਆ ਵੀ ਜਾਂਦਾ ਤਾਂ ਬੇਬੇ ਬਾਪੂ ਕੋਲ ਬੈਠਾ ਰਹਿੰਦਾ। ਸੰਦੀਪ ਮੇਰੀ ਗੱਲ ਸੁਣ ਧਿਆਨ ਨਾਲ, ਹਰਜੀਤ ਨੂੰ ਨਾ ਆਪਣੇ ਵੱਲ ਖਿੱਚ ਕੇ ਰੱਖ। ਤੀਵਿਆਂ ਕੋਲ ਤਾਂ ਬਥੇਰੇ ਦਾ ਪੇਚ ਹੁੰਦੇ ਆ, ਤੂੰ ਵੀ ਖੇਡ ਲੈ, ਚੰਗਾ ਰਹੂ ਤੇਰੇ ਵਾਸਤੇ। ਠੀਕ ਆ ਦੀਦੀ। ਚੱਲ ਚੰਗਾ ਸੰਦੀਪ, ਮੈਂ ਚੱਲਦੀ ਆਂ, ਤੇਰੀ ਸੱਸ ਨੇ ਕਹਿਣਾ ਦੋਵੇਂ ਭੈਣਾਂ ਬੈਠੀਆਂ ਪਤਾ ਨਹੀਂ ਕੀ ਗੱਲਾਂ ਮਾਰਦੀਆਂ। ਚੱਲ ਮੈਂ ਫੇਰ ਮਾਰੂ ਗੇੜਾ, ਚੰਗਾ? ਚੱਲ ਖਿਆਲ ਰੱਖੀ ਆਪਣਾ, ਚੰਗਾ? ਦੀਦੀ ਤੁਸੀਂ ਆਉਂਦੇ ਜਾਂਦੇ ਰਿਹਾ ਕਰੋ। ਨਾਲ ਜਿਹੜੀ ਮੈਂ ਗੱਲ ਸਮਝਾਈ ਹੈ ਨਾ ਉਹ ਸਮਝ ਲੈ, ਹਰਜੀਤ ਨੂੰ ਆਪਣੇ ਹੱਥ 'ਚ ਰੱਖਿਆ ਕਰ। ਇਹੋ ਜਿਹਾ ਕੀ ਕਰਾਂ ਜਿਹੜਾ ਹਰਜੀਤ ਮੇਰੇ ਵੱਸ 'ਚ ਰਹੇ। ਹੋਰ ਜਸਵਿੰਦਰ, ਹੁਣ ਤਾਂ ਖੁਸ਼ ਹੈ? ਹਾਂਜੀ ਬਹੁਤ ਖੁਸ਼ ਹਾਂ ਹੁਣ। ਜੇ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਦੱਸ ਦਿਆ ਕਰ, ਸੰਗਿਆ ਨਾ ਕਰ। ਕੋਈ ਨਾ ਜੀ, ਕੋਈ ਨਾ। ਕੀ ਗੱਲ ਬਈ, ਸਾਰਾ ਦਿਨ ਇਹਦੇ ਕੋਲ ਹੀ ਬੈਠੇ ਰਹਿਣਾ, ਕਦੇ ਮੇਰੇ ਕੋਲ ਵੀ ਬੈਠ ਜਾ ਕਰ। ਮੈਂ ਵੀ ਇਸ ਘਰ 'ਚ ਵਿਆਹ ਕੇ ਆਈ ਆ। ਉਹ ਕੀ ਹੋ ਗਿਆ ਸੰਦੀਪ, ਤੈਨੂੰ ਪਤਾ ਵੀ ਹੈ ਤੂੰ ਕੀ ਆਖੀ ਜਾਂਦੀ ਹੈ? ਮੈਨੂੰ ਸਾਰਾ ਪਤਾ ਮੈਂ ਕੀ ਆਖ ਰਹੀ ਆ। ਜਦੋਂ ਵੀ ਦੇਖਦੀ ਆ ਜਵਾਕਾਂ ਵਾਂਗੂ ਇਹਦੇ ਗੋਡੇ ਨਾਲ ਚਿੰਬੜਿਆ ਬੈਠਾ ਰਹਿਣਾ। ਘਰ 'ਚ ਹੋਰ ਵੀ ਕੋਈ ਹੈਗਾ? ਹਰਜੀਤ ਜਾ ਬਹਿ ਜਾ ਨਾ ਜਾ ਕੇ ਇਹਦੇ ਕੋਲੇ, ਮੈਂ ਬੇਬੇ ਜੀ ਉਹਨਾਂ ਕੋਲ ਜਾ ਕੇ ਬੈਠ ਜੂੰਗੀ। ਤੂੰ ਖੜ ਜਾ ਜਸਵਿੰਦਰ, ਮੈਨੂੰ ਇਹਦੇ ਨਾਲ ਗੱਲ ਘਰੇ ਲੈਣ ਦੇ। ਹਾਂ ਸੰਦੀਪ ਕੀ ਹੋਇਆ, ਐਵੇਂ ਕਿ ਲੋਹੇ ਵਾਂਗੂ ਤਾਪੀ ਫਿਰਦੀ ਆ? ਸਾਰੀ ਦਿਹਾੜੀ ਇਹਦੇ ਕੋਲ ਬੈਠਾ ਰਹਿਣਾ, ਕਦੇ ਮੇਰਾ ਵੀ ਦੁੱਖ ਸੁੱਖ ਪੁੱਛ ਲਿਆ ਕਰ, ਮੈਨੂੰ ਵੀ ਪੁੱਛ ਲਿਆ ਕਰ ਵੀ ਕੁਝ ਚਾਹੀਦਾ ਕਿ ਨਹੀਂ ਚਾਹੀਦਾ। ਪੁੱਛਿਆ ਕਦੇ? ਓਏ ਹੱਦ ਹੋ ਗਈ ਤੇਰੇ ਵਾਲੀ, ਉਹ ਤੈਨੂੰ ਦਿਹਾੜੀ 'ਚ 4-4 ਵਾਰੀ ਪੁੱਛਦਾ ਵੀ ਸੰਦੀਪ ਕੁਝ ਚਾਹੀਦਾ, ਕੋਈ ਫਲ ਫਰੂਟ ਜਾਂ ਕੋਈ ਦਵਾਈ, ਹੋਰ ਕਿਵੇਂ ਪੁੱਛੀਦਾ ਤੂੰ ਹੀ ਦੱਸ ਦੇ। ਹਰਜੀਤ ਸ਼ਾਇਦ ਤੂੰ ਇਹਨੂੰ ਮੇਰੇ ਕੋਲੇ ਬੈਠਾ ਚੰਗਾ ਨਹੀਂ ਲੱਗਦਾ। ਤੂੰ ਐ ਕਰ, ਜਿੰਨਾ ਟਾਈਮ ਇਹਦੇ ਕੋਲੇ ਬੱਚਾ ਨਹੀਂ ਹੁੰਦਾ ਨਾ, ਤੂੰ ਸੰਦੀਪ ਕੋਲੇ ਬੈਠ ਜਾਇਆ ਕਰ। ਕਮਾਲ ਹੋ ਗਈ ਯਾਰ, ਉਹ ਤੂੰ ਵੀ ਤਾਂ ਇਸੇ ਘਰ 'ਚ ਵਿਆਹ ਕੇ ਆਈ ਹੋਈ ਆ, ਤੂੰ ਕੋਈ ਬਾਹਰੋਂ ਥੋੜੀ ਆਈ ਹੋਈ ਆ। ਜਿੰਨਾ ਹੱਕ ਇਹਦਾ ਓਨਾ ਹੱਕ ਤੇਰਾ ਵੀ ਹੈ। ਜਿਹੜਾ ਮੈਂ ਇਹਨੂੰ ਤੇਰੇ ਕੋਲ ਬੈਠਾ ਪੜਾ ਲੱਗਦਾ ਹਾਂ। ਹਰਜੀਤ ਜੇ ਮੈਨੂੰ ਹੁਣ ਤੂੰ ਇਹਦੇ ਕੋਲ ਬੈਠਾ ਦਿਖ ਗਿਆ ਨਾ, ਆਪਣੇ ਆਪ ਨੂੰ ਸੋਚ ਲਈ, ਫਿਰ ਮੈਥੋਂ ਬੁਰਾ ਕੋਈ ਨਹੀਂ। ਤੂੰ ਬਚ ਕੇ ਰਿਹਾ ਕਰ ਸੋਹਣਿਆ, ਤੇਰੀ ਦੂਜੀ ਘਰ ਵਾਲੀ ਦਾ ਸੁਭਾਅ ਨਾ ਥੋੜਾ ਗਰਮ ਹੈ। ਉਹ ਗਾਣਾ ਨਹੀਂ, ਬਚ ਕੇ ਰਹਿ ਸੋਹਣਿਆ ਬਚ ਕੇ। ਕੀ ਹੈ ਜਸਵਿੰਦਰ, ਮੇਰਾ ਤਾਂ ਪਹਿਲੇ ਮੂਡ ਖਰਾਬ ਆ, ਉੱਤੋਂ ਤੂੰ ਗੱਲ ਨੂੰ ਹਾਸੀ 'ਚ ਪਾਈ ਜਾਂਦੀ ਆ। ਜਾ ਤੂੰ ਸੰਦੀਪ ਕੋਲੇ ਬਹਿ ਜਾ ਕੇ, ਤੇਰਾ ਮੂਡ ਠੀਕ ਹੋ ਜਾ ਤੇ ਘਰ ਦਾ ਮਾਹੌਲ ਵੀ। ਤੂੰ ਸਮਝਿਆ ਕਰ, ਜਾ। ਤੇਰਾ ਵੀ ਨਾ ਸਰੇ ਹੀ ਪਿਆ। ਆ ਲੈਣ ਦੇ, ਅੱਜ ਕਰਦੀ ਆ ਗੱਲ, ਐ ਨਹੀਂ ਕੰਮ ਚੱਲਣਾ। ਉਹ ਸੰਦੀਪ ਕੀ ਗੱਲ ਹੋ ਗਈ, ਉਹ ਤੂੰ ਜਸਵਿੰਦਰ ਸਾਹਮਣੇ ਬਾਹਰ ਕੀ ਬੋਲੀ ਜਾਂਦੀ ਸੀ? ਠੀਕ ਹੀ ਤਾਂ ਬੋਲ ਰਹੀ ਸੀ ਮੈਂ, ਸਾਰਾ ਦਿਨ ਜਵਾਕਾਂ ਵਾਂਗੂ ਉਹਦੇ ਕਨੇੜੇ ਚੜਿਆ ਰਹਿਣਾ, ਕਦੇ ਮੇਰੀ ਵੀ ਗੱਲ ਸੁਣ ਲਿਆ ਕਰ, ਕਦੇ ਮੇਰੇ ਕੋਲ ਵੀ ਬੈਠ ਜਿਆ ਕਰ।
ਓਹੋ ਓਏ ਉਹਦੀਆਂ ਕਿਹੜਾ ਮੈਂ ਸਪੈਸ਼ਲ ਸੁਣਦਾ। ਦੇਖ ਉਹਨੂੰ ਵੀ ਵਿਆਹ ਕੇ ਲਿਆ ਮੈਂ, ਤੈਨੂੰ ਵੀ ਵਿਆਹ ਕੇ ਲਿਆ। ਉਹ ਮੈਂ ਤੁਹਾਨੂੰ ਦੋਹਾਂ ਨੂੰ ਬਰਾਬਰ ਸਮਝਦਾ। ਉਹਦੀਆਂ ਸੁਣਦਾ ਤੂੰ, ਮੇਰੀ ਨਹੀਂ। ਮੇਰੀ ਗੱਲ ਸੁਣ ਲੈ ਹਰਜੀਤ, ਜੇ ਤੂੰ ਉਹਦੇ ਕੋਲ ਐਂ ਬੈਠਣਾ ਨਾ, ਮੈਂ ਚੱਕ ਕੇ ਚੁੰਨੀ ਪੇਕੇ ਚਲੀ ਜਾਨੀ ਆ। ਉਹ ਤੂੰ ਇੰਨਾ ਪਾਰਾ ਨਾ ਵਧਾ। ਮੇਰੀ ਗੱਲ ਸੁਣ, ਜੇ ਆਪਣਾ ਨਹੀਂ ਕਮ ਸੇ ਕਮ ਆ ਪੇਟ 'ਚ ਪਲ ਰਹੇ ਬੱਚੇ ਦਾ ਖਿਆਲ ਤਾਂ ਕਰ ਲੈ। ਕਰ ਲਾ ਖਿਆਲ ਪੇਟ 'ਚ ਪਲ ਰਹੇ ਬੱਚੇ ਦਾ। ਮੇਰੀ ਗੱਲ ਸੁਣ, ਜੇ ਤੂੰ ਉਹਦੇ ਨਾਲ ਐਂ ਬੈਠ ਕੇ ਗੱਲਾਂ ਜੇ ਕਰਨੀਆਂ ਨੇ ਨਾ, ਨਾਲੇ ਐਂ ਦੰਦ ਜੇ ਕੱਢੇ ਨੇ ਨਾ, ਮੈਥੋਂ ਬੁਰਾ ਕੋਈ ਨਹੀਂ। ਜਾਂ ਤਾਂ ਮੈਂ ਉਹਦੇ ਦੰਦ ਕੱਢ ਦੂੰ ਜਾਂ ਤੇਰੇ ਕੱਢ ਦੂੰ, ਕਹਿਤਾ ਤੈਨੂੰ। ਕੀ ਹੋ ਗਿਆ ਇਹਨੂੰ? ਚੰਗੀ ਭਲੀ ਤਾਂ ਹੈਗੀ ਸੀ। ਮੈਂ ਤਾਂ ਕੋਈ ਫਰਕ ਵੀ ਨਹੀਂ ਰੱਖਿਆ ਇਹਦੇ ਨਾਲ। ਜਿੰਨਾ ਜਸਵਿੰਦਰ ਦਾ ਕਰਦਾ ਓਨਾ ਹੀ ਇਹਦਾ ਕਰਦਾ। ਸੰਦੀਪ ਆ ਗੱਲ ਤਾਂ ਸੁਣ ਯਾਰ। ਹਰਜੀਤ, ਜਸਵਿੰਦਰ ਆਪਣੀ ਇੰਨੀ ਉਦਾਸ ਕਿਉਂ ਆ? ਕੀ ਦੱਸਾਂ ਬਾਪੂ? ਉਹ ਕੁਛ ਦੱਸੋਗੇ ਵੀ ਕੁਛ? ਪਹਿਲਾਂ ਤਾਂ ਕਦੇ ਇੰਨੀ ਉਦਾਸ ਦੇਖੀ ਨਹੀਂ ਉਹ। ਸੱਚੋ ਸੱਚ ਦੱਸ, ਗੱਲ ਕੀ ਆ? ਕੀ ਗੱਲ ਹੋਈ ਆ? ਲੈ ਸੁਣ ਲੈ ਬਾਪੂ। ਹਾਂ, ਮੈਂ ਤੇ ਜਸਵਿੰਦਰ ਬੈਠੇ ਗੱਲਾਂ ਕਰ ਰਹੇ ਸੀ। ਸੰਦੀਪ ਆ ਕੇ ਕਹਿੰਦੀ ਆ, ਜਦੋਂ ਮੈਂ ਦੇਖਦੀ ਆ ਤੂੰ ਇਹਦੇ ਕੋਲ ਹੀ ਬੈਠਾ ਹੁੰਨਾ। ਨਾਲੇ ਕਹਿੰਦੀ ਤੂੰ ਮੇਰਾ ਖਿਆਲ ਨਹੀਂ ਰੱਖਦਾ। ਹੋਰ ਬਹੁਤ ਕੁਝ ਬੋਲੇ ਬਾਪੂ। ਕੀ ਦੱਸਾਂ ਹੁਣ ਮੈਂ? ਲਓ ਕਰ ਲਓ ਘਿਓ ਨੂੰ ਭਾਂਡਾ। ਅਸੀਂ ਕੀ ਸੋਚਿਆ ਸੀ ਤੇ ਕੀ ਹੋਣ ਲੱਗ ਪਿਆ। ਘਰ 'ਚ ਦੋ ਦੋ ਖੁਸ਼ੀਆਂ ਆਉਣ ਵਾਲੀਆਂ ਨੇ ਤੇ ਇਹ ਘਰ 'ਚ ਲੜਾਈ ਪਾ ਕੇ ਬੈਠੀ ਹੈ। ਇਹ ਸ਼ਗਨ ਚੰਗਾ ਨਹੀਂ ਜੀ। ਉਹ ਬੇਬੇ, ਉਹ ਮੈਂ ਵੀ ਕੀ ਕਰਾਂ ਹੁਣ? ਮੈਂ ਤਾਂ ਆਪੇ ਗੱਲ ਸੋਚ ਕੇ ਪਰੇਸ਼ਾਨ ਹੋਇਆ ਪਿਆ। ਤੁਸੀਂ ਮੇਰੀ ਗੱਲ ਮੰਨੋ। ਤੁਸੀਂ ਸੰਦੀਪ ਦੇ ਬਾਪੂ ਨੂੰ ਬੁਲਾਓ, ਉਹ ਆਪੇ ਸਮਝਾਊ ਆ ਕੇ ਆਪਣੀ ਧੀ ਨੂੰ। ਹਰਜੀਤ ਸਹੀ ਕਹਿੰਦਾ ਤੇਰਾ ਬਾਪੂ। ਮੈਂ ਤਾਂ ਕਹਿੰਨੀ ਆ ਇਹਦੀ ਭੈਣ ਕੁਲਦੀਪ ਨੂੰ ਵੀ ਫੋਨ ਕਰਕੇ ਸੱਦੋ। ਦੋਨੋਂ ਪਿਓ ਧੀ ਆ ਕੇ ਸੰਦੀਪ ਨੂੰ ਸਮਝਾ ਕੇ ਜਾਣਗੇ। ਆਹੀ ਠੀਕ ਰਹੂ ਬੇਬੇ। ਉਹਨਾਂ ਨੂੰ ਵੀ ਤਾਂ ਪਤਾ ਲੱਗੇ ਵੀ ਗੱਲ ਕੀ ਹੈ। ਹਰਜੀਤ, ਤੂੰ ਆਪਣੇ ਸਹੁਰੇ ਨੂੰ ਫੋਨ ਲਾ ਕੇ ਮੈਨੂੰ ਫੜਾ, ਮੈਂ ਗੱਲ ਕਰਦਾ। ਹਾਂ ਬਾਪੂ, ਮੈਂ ਲਾਉਣਾ ਫੋਨ। ਲਾ। ਆ ਲੈ ਬੈਲ ਜਾ ਰਹੀ ਹੈ। ਉਹ ਹਾਂ ਵੀ ਮਗਰ ਸਿਆ, ਕੀ ਹਾਲ ਚਾਲ ਨੇ? ਉਹ ਸ਼ੇਰ ਸਿੰਘ ਬੋਲਦਾ ਲੋਗੜੋਂ। ਹਾਂਜੀ ਹਾਂਜੀ ਭਰਾ ਜੀ, ਸਭ ਰਾਜੀ ਬਾਜੀ ਜੀ। ਮੇਰਾ ਨਾਂ ਜੀ ਦਾਤੇ ਦੀਆਂ। ਤੁਸੀਂ ਸੁਣਾਓ? ਹਾਂ ਹਾਂ ਠੀਕ ਠਾਕ, ਐਨ ਵਧੀਆ ਜੀ। ਕੀ ਗੱਲ ਮਗਰ ਸਿਆ, ਕਦੇ ਗੇੜੇ ਨਹੀਂ ਮਾਰੇ ਆਪਣੀ ਧੀ ਦੇ ਘਰ? ਕਦੇ ਆਓ, ਮਿਲ ਕੇ ਜਾਓ, ਬਹਿ ਕੇ ਗੱਲਾਂ ਬਾਤਾਂ ਮਾਰਾਂਗੇ। ਹਾਂਜੀ ਹਾਂਜੀ ਜ਼ਰੂਰ ਮਾਰਾਂਗੇ ਗੇੜਾ। ਉਹ ਕੰਮਾਂ ਕਾਰਾਂ ਕਰਕੇ ਟਾਈਮ ਨਹੀਂ ਲੱਗਿਆ। ਗੱਲ ਇੱਦਾਂ ਭਾਈ ਸਾਹਿਬ, ਤੁਸੀਂ ਕੱਲ੍ਹ ਨੂੰ ਆਓ ਇੱਥੇ। ਕੀ ਗੱਲ ਹੋ ਗਈ ਸਰਦਾਰ ਜੀ? ਆ ਸੰਦੀਪ ਨਾ ਘਰੇ ਲੜਾਈ ਜੀ ਪਾ ਕੇ ਬੈਠੀ ਆ, ਉਹਨੂੰ ਸਮਝਾ ਕੇ ਜਾਓ। ਮੈਂ ਤਾਂ ਐਂ ਕਹਿੰਦਾ ਸੀ ਭਰਾ ਜੀ, ਸੰਦੀਪ ਤੁਹਾਡੇ ਘਰ ਦੀ ਬਹੂ ਹੈ, ਤੁਸੀਂ ਉਹਦੇ ਮਾਂ ਪਿਓ। ਉਹ ਤੁਸੀਂ ਉਹਨੂੰ ਸਮਝਾ ਬੁਝਾ ਕੇ ਟਕਿਆ ਲਓ। ਨਹੀਂ ਨਹੀਂ ਨਹੀਂ, ਤੁਸੀਂ ਆ ਕੇ ਜਾਓ, ਨਾਲੇ ਬਹਾਨੇ ਨਾਲ ਮਿਲ ਲਾਂਗੇ। ਹੈਂ? ਹਾਂ ਬਾਕੀ ਠੀਕ ਆ। ਚਲੋ ਜੀ, ਆ ਜਾਊਂਗਾ ਮੈਂ। ਸਤਿ ਸ੍ਰੀ ਅਕਾਲ। ਚਲੋ ਚੰਗਾ ਭਾਈ, ਸਤਿ ਸ੍ਰੀ ਅਕਾਲ। ਲੈ ਫੜ। ਹਰਜੀਤ ਤੂੰ ਐਂ ਕਰ, ਲਿਆ ਕੁਲਦੀਪ ਨੂੰ ਵੀ ਫੋਨ ਲਾ। ਬੇਬੇ ਮੈਂ ਕੀ ਗੱਲ ਕਰੂੰ ਕੁਲਦੀਪ ਨਾਲ? ਮੈਂ ਤੈਨੂੰ ਫੋਨ ਲਾ ਕੇ ਦੇ ਦੇਣਾ, ਤੂੰ ਆਪੇ ਗੱਲ ਕਰ ਲੈ। ਲਿਆ ਮੈਂ ਕਰ ਲੈਣੀ ਆ। ਆ ਲੈ ਬੈਲ ਜਾ ਰਹੀ ਹੈ। ਹਾਂਜੀ ਹੈਲੋ। ਕੁਲਦੀਪ ਧੀਏ ਕੀ ਹਾਲ ਹੈ ਤੇਰਾ? ਹਾਂਜੀ ਤਾਈ ਜੀ ਸਤਿ ਸ਼੍ਰੀ ਅਕਾਲ। ਰਾਜੀ ਰਹਿ। ਹਾਂ ਤਾਈ ਮੈਂ ਠੀਕ ਆ, ਤੁਸੀਂ ਸੁਣਾਓ? ਤਾਈ ਜੀ ਤੁਸੀਂ ਕਿਵੇਂ ਫੋਨ ਕੀਤਾ ਅੱਜ? ਤੂੰ ਐਦਾਂ ਕਰੀ ਪੁੱਤ, ਤੂੰ ਕੱਲ ਨੂੰ ਘਰੇ ਆਈ। ਕੀ ਗੱਲ ਹੋ ਗਈ ਤਾਈ ਜੀ? ਨਾ ਗੱਲ ਤਾਂ ਕੁਝ ਨਹੀਂ ਹੋਈ ਧੀਏ। ਆ ਸੰਦੀਪ ਨੇ ਘਰੇ ਲੜਾਈ ਜਿਹੀ ਪਾ ਰੱਖੀ ਐ, ਹਰਜੀਤ ਨਾਲ ਲੜੀ ਜਾਂਦੀ ਐ। ਮੈਂ ਤਾਂ ਕਹਿੰਦੀ ਸੀ
ਕਿ ਤੁਸੀਂ ਸਮਝਾ ਕੇ ਜਾਓ ਇਹਨੂੰ ਥੋੜਾ ਜਿਹਾ ਕਿ ਘਰ 'ਚ ਲੜਾਈ ਚੰਗੀ ਨਹੀਂ ਹੁੰਦੀ। ਅੱਛਾ ਚਲ ਕੋਈ ਨਹੀਂ ਤਾਈ ਜੀ, ਮੈਂ ਕੱਲ ਨੂੰ ਮਾਰਦੀ ਆਂ ਗੇੜਾ। ਚਲ ਚੰਗਾ ਤਾਈ, ਸਤਿ ਸ਼੍ਰੀ ਅਕਾਲ। ਚੱਲ ਚੰਗਾ ਧੀਏ, ਕੱਲ ਆ ਜਾਈਂ ਜ਼ਰੂਰ। ਹਾਂ ਹਾਂ ਤਾਈ ਆ ਜੂੰਗੀ। ਚੰਗਾ, ਰਾਜੀ ਰਹਿ। ਕੀ ਕਹਿੰਦੀ ਬੇਬੇ? ਆਊਗੀ ਆਊਗੀ, ਕਿਉਂ ਨਾ। ਚਲੋ ਠੀਕ ਆ, ਹੁਣ ਜਦੋਂ ਉਹ ਆਣਗੇ ਨਾ ਸਾਰੀ ਗੱਲ ਉਹਨਾਂ ਦੇ ਸਾਹਮਣੇ ਕਰਾਂਗੇ। ਹੈਂ ਤੂੰ ਬੋਲੀ ਨਾ ਕੁਛ, ਠੀਕ ਆ? ਨਹੀਂ ਬਾਪੂ, ਮੈਂ ਤਾਂ ਪਹਿਲਾਂ ਵੀ ਨਹੀਂ ਬੋਲਦਾ। ਬਸ ਠੀਕ ਆ। ਰਾਜੀ ਰਹਿ ਕੁੜੇ। ਸੰਦੀਪ ਬੈਠ ਜਾਓ। ਕੀ ਗੱਲ ਆ ਬੇਬੇ ਜੀ? ਕੁੜੇ ਸੰਦੀਪ, ਤੂੰ ਅੱਜ ਇੰਨੇ ਗੁੱਸੇ ਵਿੱਚ ਕਿਉਂ ਸੀ? ਨਾ ਬੇਬੇ ਜੀ, ਤੁਹਾਨੂੰ ਕਿਹਨੇ ਕਹਿਤਾ? ਨਾ ਤੂੰ ਅੱਜ ਹਰਜੀਤ ਨੂੰ ਤੇ ਜਸਵਿੰਦਰ ਨੂੰ ਕਿਉਂ ਇੰਨਾ ਗਲਤ ਬੋਲੀ? ਮੰਮੀ ਜੀ, ਮੈਨੂੰ ਸਾਰਾ ਪਤਾ। ਜਸਵਿੰਦਰ ਭੈਣ ਨੇ ਤੁਹਾਡੇ ਕੰਨ ਭਰੇ ਹੋਣੇ, ਪਰ ਐਦਾਂ ਦੀ ਕੋਈ ਗੱਲ ਨਹੀਂ। ਫੇਰ ਵੀ ਧੀਏ, ਪਤਾ ਤਾਂ ਲੱਗੇ ਕੀ ਗੱਲ ਹੋਈ ਹੈ। ਕੁਝ ਵੀ ਨਹੀਂ ਮੰਮੀ ਜੀ। ਹਰਜੀਤ ਸਾਰਾ ਦਿਨ ਜਸਵਿੰਦਰ ਭੈਣ ਕੋਲ ਬੈਠਾ ਰਹਿੰਦਾ। ਮੈਂ ਕਿਹਾ ਕਦੇ ਮੇਰੇ ਕੋਲ ਬੈਠ ਜਿਆ ਕਰੋ, ਬਸ ਇੰਨੀ ਕੁ ਗੱਲ ਸੀ। ਪੁੱਤ, ਤੇਰੇ ਪੇਟ 'ਚ ਬੱਚਾ ਪਲ ਰਿਹਾ ਏ, ਇੰਨੀਆਂ ਗੁੱਸੇ ਵਾਲੀਆਂ ਗੱਲਾਂ ਨਾ ਕਰਿਆ ਕਰ, ਤੇਰੀ ਸਿਹਤ ਲਈ ਚੰਗੀਆਂ ਨਹੀਂ। ਬੇਬੇ ਜੀ, ਤੁਸੀਂ ਮੈਨੂੰ ਤਾਂ ਆਖੀ ਜਾਂਦੇ ਹੋ, ਤੁਸੀਂ ਜਸਵਿੰਦਰ ਭੈਣ ਨੂੰ ਕਿਉਂ ਨਹੀਂ ਕਹਿੰਦੇ, ਜਿਹੜੀ ਸਾਰਾ ਦਿਨ ਹਰਜੀਤ ਨੂੰ ਆਪਣੇ ਕੋਲੋਂ ਹਿੱਲਣ ਨਹੀਂ ਦਿੰਦੀ? ਪੁੱਤ ਮੇਰੀ ਗੱਲ ਸੁਣ, ਜਸਵਿੰਦਰ ਤੇਰੇ ਤੋਂ ਵੱਡੀ ਹੈ ਤੇ ਤੇਰੇ ਤੋਂ ਇਸ ਘਰ ਵਿੱਚ ਪਹਿਲਾਂ ਵਿਆਹ ਕੇ ਆਈ ਹੈ, ਉਹਦਾ ਹੱਕ ਬਣਦਾ ਹੈ। ਕੀ ਗੱਲ ਬੇਬੇ ਜੀ, ਮੈਂ ਨਹੀਂ ਇਸ ਘਰ 'ਚ ਵਿਆਹ ਕੇ ਆਈ? ਮੇਰਾ ਨਹੀਂ ਹੱਕ ਬਣਦਾ ਹਰਜੀਤ ਤੇ? ਪੁੱਤ ਅਸੀਂ ਕਦੋਂ ਕਿਹਾ ਤੇਰਾ ਹੱਕ ਨਹੀਂ? ਤੇਰਾ ਵੀ ਹੱਕ ਹੈ। ਅਸੀਂ ਤਾਂ ਇਹ ਚਾਹੁੰਦੇ ਆ ਤੁਸੀਂ ਦੋਨੇ ਭੈਣਾਂ ਰਲ ਮਿਲ ਕੇ ਰਹੋ, ਉਹ ਤੇਰਾ ਮਾੜਾ ਨਹੀਂ ਸੋਚਦੀ। ਬੇਬੇ ਜੀ, ਜੇ ਹਰਜੀਤ ਤੇ ਜਸਵਿੰਦਰ ਦੀਦੀ ਬਾਹਲਾ ਹੱਕ ਜਾ ਜਤਾਊਗੀ ਨਾ, ਫਿਰ ਤਾਂ ਐਂ ਚੱਲੂਗਾ। ਅਸੀਂ ਕੀਤਾ ਫੋਨ ਤੇਰੇ ਬਾਪੂ ਨੂੰ ਤੇ ਤੇਰੀ ਭੈਣ ਨੂੰ, ਉਹੀ ਸਮਝਾਉਣਗੇ ਤੈਨੂੰ ਆ ਕੇ। ਸਮਝਾਉਣਗੇ ਮੈਨੂੰ ਆ ਕੇ? ਜਣਾ ਖਣਾ ਮੈਨੂੰ ਆ ਜਾਂਦਾ ਸਮਝਾਉਣ। ਆ ਲੈਣ ਦੇ ਬਾਪੂ ਤੇ ਭੈਣ ਨੂੰ, ਮੈਂ ਕਰਦੀ ਆਂ ਗੱਲ ਉਹਨਾਂ ਨਾਲ। ਐ ਨਹੀਂ ਚੱਲਦਾ ਕੰਮ। ਜਸਵਿੰਦਰੇ, ਤੈਨੂੰ 10-11 ਸਾਲ ਹੋ ਗਏ ਇਸ ਘਰ 'ਚ ਆਈ ਨੂੰ, ਤੂੰ ਤਾਂ ਕਦੇ ਨਹੀਂ ਇਦਾਂ ਕੀਤਾ। ਇਹਨੂੰ ਅਜੇ ਆਈ ਨੂੰ 4-5 ਮਹੀਨੇ ਹੋਏ ਨੇ, ਆ ਦੇਖ ਲੈ ਕੀ ਕਰੀ ਜਾਂਦੀ ਆ। ਲਓ ਆ ਬਾਪੂ ਹੋਰੇ ਵੀ ਆ ਗਏ। ਸਤਿ ਸ੍ਰੀ ਅਕਾਲ ਸਰਦਾਰ ਜੀ। ਸਤਿ ਸ੍ਰੀ ਅਕਾਲ ਹੋਰ ਜੀ। ਭਾਈ ਸਾਰੇ ਠੀਕ ਠਾਕ ਸਤਿ ਹੋ? ਸ੍ਰੀ ਅਕਾਲ ਬਾਪੂ ਜੀ। ਸਤਿ ਸ਼੍ਰੀ ਅਕਾਲ ਸਤਿ ਤਾਇਆ ਸ੍ਰੀ ਜੀ। ਅਕਾਲ ਭਾਈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਹਿ ਜਾਓ। ਹੋਰ ਰਾਜੀ ਬਾਰੀਆ ਸਾਹਿਬ? ਹਾਂ ਠੀਕ ਠਾਕ ਆ। ਜਸਵਿੰਦਰ ਪੁੱਤ, ਚਾਹ ਪਾਣੀ ਦਾ ਪ੍ਰਬੰਧ ਕਰੋ, ਮੱਗਰ ਸਿਉਰੀ ਦੂਰੋਂ ਆਏ ਨੇ। ਹਾਂਜੀ ਲਿਆਨੀ ਆ ਬਾਪੂ ਹਾਂ ਜੀ। ਲਿਆਓ ਪੁੱਤ। ਕੀ ਗੱਲ ਹੋ ਗਈ ਸਰਦਾਰ ਜੀ? ਮੈਨੂੰ ਤਾਂ ਜਦੋਂ ਦਾ ਤੁਸੀਂ ਦੱਸਿਆ, ਮੈਨੂੰ ਤਾਂ ਬਹੁਤ ਫਿਕਰ ਹੋਈ ਜੀ। ਐਡੀ ਤਾਂ ਬੜੀ ਕੋਈ ਗੱਲ ਵੀ ਨਹੀਂ ਬਾਈ, ਔਰ ਜੇ ਸੋਚਿਆ ਜਾਵੇ ਗੱਲ ਹੈ ਵੀ ਬਹੁਤ ਬੜੀ। ਮੈਂ ਸੋਚਿਆ ਗੱਲ ਵਧਣ ਤੋਂ ਪਹਿਲਾਂ ਤੁਹਾਨੂੰ ਦੱਸਤਾ ਜਾਵੇ, ਤਾਂ ਫੋਨ ਕਰਿਆ ਸੀ। ਕੀ ਗੱਲ ਹੋ ਗਈ ਤਾਇਆ ਜੀ? ਸੁੱਖ ਤਾਂ ਹੈ ਤਾਂ ਸੁੱਖ ਹੀ ਆ ਧੀਏ। ਫਿਰ ਵੀ ਤੁਸੀਂ ਮੈਨੂੰ ਦੱਸੋ ਭਾਈ, ਮੈਨੂੰ ਤਾਂ ਫਿਕਰ ਜੀ ਹੋਈ ਜਾਂਦੀ ਆ ਵੀ ਗੱਲ ਕੀ ਆ। ਬਾਈ ਜੀ, ਹਰਜੀਤ ਜਸਵਿੰਦਰ ਕੋਲ ਬੈਠਾ ਸੀ ਮੰਜੇ ਤੇ, ਸੰਦੀਪ ਅੰਦਰੋਂ ਆ ਕੇ ਹਰਜੀਤ ਨਾਲ ਲੜਨ ਲੱਗ ਪਈ ਕਿ ਤੂੰ ਸਾਰਾ ਦਿਨ ਜਸਵਿੰਦਰ ਦੇ ਕੋਲ ਬੈਠਾ ਰਹਿਣਾ, ਮੇਰੇ ਕੋਲ ਨਹੀਂ ਬੈਠਦਾ, ਮੇਰੀ ਗੱਲ ਨਹੀਂ ਸੁਣਦਾ। ਦੱਸੋ ਇਹ ਗੱਲਾਂ ਕਰਨ ਵਾਲੀਆਂ ਨੇ? ਸਰਦਾਰ ਜੀ, ਸਾਡੇ ਘਰਾਂ ਦਾ ਸੁੱਖ ਸਾਂਦ ਨਾਲ 10-11 ਸਾਲ ਬਾਅਦ ਜਵਾਕਾਂ ਦੀ ਕਲਕਿਆਰੀ ਸੁਣਨ ਨੂੰ ਮਿਲੂਗੀ, ਕਿਉਂਕਿ ਦੋਹੇ ਨੂੰਹਾਂ ਦੇ ਬੱਚੇ ਹੋਣ ਵਾਲੇ ਨੇ। ਹੈ ਪਾਪਾ ਜੀ, ਤੁਸੀਂ ਆਪ ਸਿਆਣੇ ਹੋ।
ਜੇ ਆ ਲੜਾਈ ਝਗੜੇ ਕਰਕੇ ਦੋਹਾਂ ਚੋਂ ਇੱਕ ਵੀ ਢਿੱਲੀ ਹੋ ਗਈ ਨਾ, ਕਿੱਥੇ ਕਿੱਥੇ ਚੱਕੀ ਫਿਰਾਂਗੇ। ਮਸਾ ਮਸਾ ਤਾਂ ਬੱਚਿਆਂ ਦਾ ਮੂੰਹ ਦੇਖਣ ਜੋਗੇ ਹੋਏ ਆ। ਨੀ ਸੰਦੀਪ, ਉਰੇ ਆ ਬਾਹਰ, ਪਾਪਾ ਜੀ ਆਏ ਨੇ। ਸਤਿ ਸ਼੍ਰੀ ਅਕਾਲ ਡੈਡੀ। ਸਤਿ ਸ੍ਰੀ ਅਕਾਲ ਭਾਈ, ਠੀਕ ਆ? ਹਾਂਜੀ, ਕਦੋਂ ਆਏ? ਹਾਂ ਹੁਣੇ ਆ ਦੀ ਭਾਈ। ਸੰਦੀਪ, ਕਿਹੜੀ ਗੱਲੋਂ ਤੂੰ ਆਪਦੀ ਵੱਡੀ ਭੈਣ ਜਸਵਿੰਦਰ ਨਾਲ ਲੜਾਈ ਪਈ ਰੱਖਦੀ ਆ? ਨਾਲੇ ਤੂੰ ਹਰਜੀਤ ਨੂੰ ਮਾੜਾ ਬੋਲਦੀ ਆ। ਪਾਪਾ ਜੀ, ਮੈਂ ਕਦ ਲੜਾਈ ਪਾਈ ਆ? ਨਾਲੇ ਲੜਾਈ ਵਾਲੀ ਗੱਲ ਤਾਂ ਮੈਂ ਕੋਈ ਕਰੀਓ ਨਹੀਂ। ਸਾਰੀ ਗੱਲ ਹਰਜੀਤ ਕਰਦਾ। ਕਿਉਂ, ਮੈਂ ਕੀ ਕਹਿਤਾ ਇਹੋ ਜਿਹਾ ਜਿਹੜਾ ਤੈਨੂੰ ਚੰਗਾ ਨਹੀਂ ਲੱਗਿਆ? ਹਾਂ ਭਾਈ ਸੰਦੀਪ, ਹੁਣ ਗੱਲ ਸੱਚੋ ਸੱਚੀ ਦੱਸੀ ਜਿਹੜੀ ਹੈਗੀ ਆ, ਜਿਹੜੀ ਤੇਰੇ ਦਿਲ 'ਚ ਆ ਨਾ, ਉਹ ਦੱਸ ਦੇ ਤੂੰ। ਬਾਪੂ ਜੀ, ਹਰਜੀਤ ਨਾ ਸਾਰਾ ਦਿਨ ਜਸਵਿੰਦਰ ਦੀਦੀ ਕੋਲ ਬੈਠਾ ਰਹਿੰਦਾ, ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਕਰਦਾ। ਕਿਉਂ, ਤੇਰੇ ਕੋਲ ਕਿਉਂ ਨਹੀਂ ਬਹਿੰਦਾ? ਉਹ ਤੇਰੇ ਕੋਲ ਵੀ ਤਾਂ ਬੈਠਦੇ ਹੀ ਆ। ਜਿੰਨਾ ਇਹਦੇ ਕੋਲ ਬਹਿਣਾ ਉਹਨਾਂ ਤਾਂ ਨਹੀਂ ਬਹਿੰਦਾ। ਮੈਂ ਤਾਂ ਤੈਨੂੰ ਦਿਸਦੀ ਓ ਨਹੀਂ ਹੈਗੀ। ਫਿਰ ਕਹਿੰਦਾ ਐਂ ਬੋਲਦੀ ਐ। ਸੰਦੀਪ, ਮਸਾ ਮਸਾ ਤਾਂ ਤੁਹਾਡੀਆਂ ਦੋਨਾਂ ਜਾਣੀਆਂ ਦੀਆਂ ਕੁੱਖਾਂ ਸੁਲੱਖਣੀਆਂ ਹੋਈਆਂ ਨੇ, ਰਲ ਮਿਲ ਕੇ ਰਿਹਾ ਕਰੋ। ਪਾਪਾ ਜੀ, ਮੈਂ ਤਾਂ ਹਰਜੀਤ ਨੂੰ ਕਿਹਾ ਹੋਇਆ ਵੀ ਤੁਸੀਂ ਮੈਥੋਂ ਜ਼ਿਆਦਾ ਟਾਈਮ ਸੰਦੀਪ ਨੂੰ ਦਿਆ ਕਰੋ, ਹਲੇ ਬੱਚੀ ਆ ਉਹ। ਦੇਖ ਭਾਈ ਸੰਦੀਪ, ਜਸਵਿੰਦਰ ਨੂੰ ਇਸ ਘਰ 'ਚ ਵੇਖ ਕੇ ਆਈ ਨੂੰ 10-11 ਸਾਲ ਹੋ ਗਏ। ਜੇ ਇਹਦੇ ਦਿਲ 'ਚ ਕੋਈ ਇਦਾਂ ਦੀ ਗੱਲ ਹੁੰਦੀ ਤਾਂ ਇਹ ਹਰਜੀਤ ਨੂੰ ਦੂਏ ਵਿਆਹ ਨੂੰ ਕਿਉਂ ਕਹਿੰਦੀ? ਸੰਦੀਪ, ਇਹਨੂੰ ਤੂੰ ਵੱਡੀ ਭੈਣ ਮੰਨਦੀ ਆ ਨਾ, ਉਹ ਇਹ ਤੋਂ ਸਿੱਖਿਆ ਕਰ ਕੁਛ। ਦੇਖ ਕਿੰਨਾ ਚੰਗਾ ਸੁਭਾਅ ਹੈ ਇਹਦਾ। ਸੰਦੀਪ, ਮਸਾ ਮਸਾ ਤਾਂ ਤੁਹਾਡੀਆਂ ਕੁੱਖਾਂ ਸੁਲੱਖਣੀਆਂ ਹੋਈਆਂ ਨੇ, ਰਲ ਮਿਲ ਕੇ ਪਿਆਰ ਨਾਲ ਰਿਹਾ ਕਰੋ। ਨੀ ਗੱਲ ਸੁਣ ਸੰਦੀਪ ਮੇਰੀ, ਸਿਆਣੀ ਬਣ ਕੇ ਰਹਿ, ਨਹੀਂ ਬਾਅਦ 'ਚ ਪਛਤਾਏਂਗੀ। ਮੈਂ ਕਿਉਂ ਪਛਤਾਉਂਗੀ? ਤੂੰ ਆਪ ਹੀ ਕਿਹਾ ਸੀ ਭੈਣੇ ਵੀ ਹਰਜੀਤ ਨੂੰ ਨਾ ਹੱਥ 'ਚ ਰੱਖੀ। ਹੈ ਕਮਲੀ ਨਾ ਹੋਵੇ, ਮੈਂ ਤੈਨੂੰ ਐ ਥੋੜੀ ਕਿਹਾ ਸੀ ਵੀ ਹੱਥ 'ਚ ਰੱਖੀ, ਮੈਂ ਤਾਂ ਹੱਸ ਕੇ ਕਿਹਾ ਸੀ। ਕਿਹਾ ਕਿਉਂ ਨਹੀਂ ਹੈਗਾ? ਤੂੰ ਮੈਨੂੰ ਆਪ ਨਹੀਂ ਕਿਹਾ ਹੈਗਾ ਵੀ ਹਰਜੀਤ ਨੂੰ ਹੱਥ 'ਚ ਕਰਕੇ ਰੱਖੀ, ਸਾਰੀ ਜ਼ਮੀਨ ਜਾਇਦਾਦ ਦਾ ਮਾਲਕ ਤੇਰਾ ਜਵਾਕ ਹੋਊਗਾ। ਜੇ ਨਹੀਂ ਕਿਹਾ ਤਾਂ ਖਾ ਮੇਰੇ ਸਿਰ ਦੀ ਸਹੁੰ। ਹਾਏ ਨਹੀਂ, ਮੈਂ ਮਰ ਜਾ। ਮੰਨੀ ਕੀ ਲੋੜ ਪਈ ਤੇਰੇ ਘਰ 'ਚ ਫਸਾਦ ਪਾਉਣ ਦੀ? ਮੈਨੂੰ ਕੀ ਮਿਲ ਜੂ? ਮੈਨੂੰ ਕੀ ਅੱਧ ਮਿਲੂਗਾ? ਉਹ ਪੁੱਤ ਸੰਦੀਪ, ਉਹ ਜ਼ਮੀਨਾਂ ਜਾਇਦਾਦਾਂ ਕੋਠੀਆਂ ਉਹ ਇੱਥੇ ਹੀ ਰਹਿ ਜਾਂਦੀਆਂ ਨੇ। ਉਹ ਨਿੱਕੇ ਹੁੰਦਿਆਂ ਤੁਹਾਡੀ ਮਾਤ ਨੂੰ ਛੱਡ ਕੇ ਚਲੀ ਗਈ। ਉਹ ਮਿਲੀ ਅੱਜ ਤੱਕ ਉਹ ਜ਼ਮੀਨਾਂ ਨਾਲ ਲੈ ਗਈ। ਸਹੀ ਕਹਿਣਾ ਮਗਰ ਸਿਆ, ਇੱਥੇ ਤਾਂ ਆਣਾ ਜਾਣਾ ਲੱਗੀ ਰਹਿੰਦਾ, ਕੋਈ ਨਹੀਂ ਹਿੱਕ ਤੇ ਧਰ ਕੇ ਲੈ ਕੇ ਜਾਂਦਾ। ਹਾਂ ਬਾਪੂ ਜੀ, ਸਹੀ ਕਿਹਾ ਤੁਸੀਂ। ਸਭ ਕੁਝ ਇੱਥੇ ਤੇ ਰਹਿ ਜਾਣਾ। ਮੈਨੂੰ ਮਾਫ ਕਰ ਦਿਓ, ਮੈਂ ਲਾਲਚ ਵਸ ਆ ਕੇ ਆ ਸਭ ਕੁਝ ਬੋਲ ਬੈਠੀ ਸੀ। ਸਾਰਿਆਂ ਤੋਂ ਮਾਫੀ ਮੰਗਦੀ ਹਾਂ ਮੈਂ, ਮੈਨੂੰ ਮਾਫ ਕਰ ਦਿਓ। ਲੈ ਆ ਕਿਹੜੀ ਗੱਲ ਹੋ ਗਈ ਮਾਫੀ ਮੰਗਣ ਵਾਲੀ? ਛੋਟੀਆਂ ਭੈਣਾਂ ਤਾਂ ਗਲਤੀਆਂ ਕਰਦੀਆਂ ਰਹਿੰਦੀਆਂ ਨੇ, ਤੇ ਵੱਡੀਆਂ ਭੈਣਾਂ ਮਾਫ ਵੀ ਕਰ ਦਿੰਦੀਆਂ ਨੇ। ਉਹ ਬੁੱਧੂ, ਅਸੀਂ ਤੇਰੀ ਭੈਣਾਂ ਨਹੀਂ ਹੈਗੀਆਂ, ਘਰ ਵਾਲੀਆਂ, ਉਹ ਵੀ ਦੋ। ਮੇਰੀਆਂ ਧੀਆਂ, ਏਦਾਂ ਹੀ ਹੱਸਦੀਆਂ ਖੇਡਦੀਆਂ ਰਿਹਾ ਕਰੋ ਕਮਲਿਓ, ਲੜਿਆ ਨਾ ਕਰੋ। ਉਹ ਪਾਪਾ ਜੀ ਵਾਸਤੇ ਰੋਟੀ ਬਣਾ ਲਓ, ਖੜੀਆਂ ਕੀ ਕਰਦੀ ਹੋ? ਜਸਵਿੰਦਰ ਦੀਦੀ ਇਕੱਲੇ ਨਹੀਂ ਜਾਣਗੇ, ਮੈਂ ਵੀ ਉਹਨਾਂ ਦੇ ਨਾਲ ਜਾਊਂਗੀ। ਅੱਜ ਤੋਂ ਬਾਅਦ ਨਾ ਜਿਹੜਾ ਵੀ ਕੰਮ ਕਰਾਂਗੇ ਦੋਨੋਂ ਰਲ ਮਿਲ ਕੇ ਕਰਾਂਗੇ, ਕਿਉਂਕਿ ਅਸੀਂ ਇੱਕੋ ਬੰਦੇ ਦੀਆਂ ਦੋ ਜਨਾਨੀਆਂ। ਚੱਲ ਚੰਗਾ ਤਾਈ ਜੀ, ਮੈਂ ਚੱਲਦੀ ਆ, ਮੇਰਾ ਕੀ ਕੰਮ ਹੁਣ ਇੱਥੇ? ਨਹੀਂ ਬਹਿ ਜਾ, ਤੂੰ ਹੁਣ ਰੋਟੀ ਖਾ ਕੇ ਜਾਈ, ਗੁੱਸਾ ਨਾ ਕਰੀ ਕਿਸੇ ਗੱਲ ਦਾ, ਆਉਂਦੀ ਜਾਂਦੀ ਰਹੀਂ, ਹੁਣ ਕਿਤੇ ਤੂੰ ਨਾ ਨਾਰਾਜ਼ ਹੋ ਜਾਈਂ।
ਉਹ ਇਕੱਲੀ ਬੈਠੀ ਆ।